नाजरीन, प्रोग्राम तारों से करें बातें के साथ मैं हूं आपकी मेजबान उज़मा नौमान। आज तो चीते वाले कपड़े ही मैडम पा के आ गए। हाय बेचारा चीता निकर पा के बैठा होना। देखो चीता निकर पा के बैठा हो गया, डॉगी कोट पा के बैठे। चीता जो भी पा के बैठा होया, इत्थे बांदर भी तो कोट पा के बैठे ने ना। आप लोगों की बातें तो चलती रहेंगी, लेकिन अपने मेहमानों का तारुफ भी करा दें। हमारे आज के सबसे पहले मेहमान हैं मुस्लिम लीग नून के रुकन पंजाब असम्बली मियां नसीर अहमद साहब। नसीर अहमद साहब, अभी पिछले दिनों केपी में बल्दियाती इलेक्शंस चल रहे थे, लेकिन आप लोग जुनेद सफ्तर साहब की शादी में बिजी थे। जी हम नहीं, वो फैमिली फंक्शन था, वो करते रहे उन्होंने जो करना है, लेकिन पार्टी अपना काम करती रही है जो पार्टी ने करना। लो जी, वैसे नून लीग दे जेड़े मर्जी मियां साहब होण, वालां वालों इन्हां दा हथ तंग ही हुंदा। नसीर साहब तशरीफ रखिए, आपसे गुफ्तगू का सिलसिला आगे बढ़े। हमारी दूसरी मेहमान एक ब्यूटिशियन है, लेकिन साथ साथ वो मॉडलिंग भी करती हैं और एक्टिंग का भी उन्हें बहुत शौक है। तो तशरीफ लाती हैं बतूल ज़ारा। अस्सलाम वालेकुम बतूल, कैसी हैं आप? ठीक ठाक, आप कैसी हैं? मिस ज़ारा, तुहाडा मेरा हो सकता बड़ा अच्छा गुजारा। बिल्कुल नहीं हो सकता। क्यों नहीं हो सकता? वो जितनी मर्जी मेहनत कर लें, ब्यूटिशियन है, आपका कुछ नहीं हो सकता। गुजारा ਇਹਦੇ ਨਾਲ ਕਰਨਾ ਨਾ ਗੁਜ਼ਾਰਾ, ਕਿਉਂਕਿ ਤੁਸੀਂ ਹੋ ਚੰਗੇ ਪੱਲੇ, ਇਹ ਖਾਨਦਾਨ ਵੱਲੋਂ ਮਾੜਾ। मैं ज़ारा, मैं सिर्फ तुम्हारा। बाप मिस ज़ारा, आपके साथ बहुत अच्छा होगा मुस्तकबिल हमारा। हाल तो आपका अच्छा है नहीं, मुस्तकबिल कैसे अच्छा हो जाए? ਇਹਨਾਂ ਦਾ ਹਾਲ ਵੀ ਮਾੜਾ ਹੈ ਤੇ ਇਹਨਾਂ ਦੇ ਮਾਜ਼ੀ ਤੇ ਵੀ ਲਾਨਤ। ਤੇ ਤੇਰੇ ਮੁਸਤਕਬਲ ਦਾ ਵੀ ਦੁਰ ਫਿੱਟ ਹੈ। अच्छा ये लो कभी अच्छी दुआ नहीं आई, जदों कोई तोड़ा आया फिटकदा ही आया। ज़ारा, इन लोगों ने तो आपका पीछा नहीं छोड़ना, आप तशरीफ रखिए। अच्छा, उज़मा जी दी आ गल मैनू बड़ी अच्छी लगी। आ 2 दिनां च सानू समझ गए। बस ये कोल अपना मोबाइल बचाना है तुसी। ਤੁਹਾਡੀ औकात ਤੇ 5 ਮਿੰਟਾਂ ਚ ਪਤਾ ਚੱਲ ਜਾਂਦੀ, 2 ਦਿਨ ਤੇ ਫਿਰ ਬਹੁਤ ਨੇ। ये कुड़ी दी पता नहीं असी जुत्ती पा के आए इन्ना खिजी। ਇਹਦੇ ਕੋਲ ਕੁਛ ਹੋਵੇ ਨਾ ਹੋਵੇ, ਇੱਥੇ ਬੈਠੀ ਬੈਠੀ ਸਾਡਾ ਕੌਨਫੀਡੈਂਸ ਮਾਰੀ ਜਾਂਦੀ ਆ। अच्छा जी, बाकी कुछ होवे ना होवे, ज़ारा मेरियां अखां च कुछ देख रही जे। ਉਹ ਤੇਰਾ ਭੁਲੇਖਾ ਹੈ, ਤੇਰੀ ਅੱਖਾਂ 'ਚ ਨਹੀਂ ਵੇਖ ਰਹੀ, ਤੇਰੀ ਨਾਸਾਂ ਵੇਖ ਰਹੀ ਹੈ। ਅੰਡਰਪਾਸ ਤੋਂ ਚੌੜੀਆਂ ਤੇ ਤੇਰੀਆਂ ਨਾਸਾਂ ਨੇ, ਦੁਰ ਫਿਟੇ ਮੂੰਹ ਤੇਰੀਆਂ ਨਾਸਾਂ। सब पता नहीं इनू की ਇਹਦਾ मकान खोलिया किसी ने, पता नहीं। नसीर साहब, आपकी मुलाकात करवाते हैं कुछ दिलचस्प किरदारों से जो कि केपी के बल्दियाती इलेक्शंस में जिन्होंने हिस्सा लिया। ये एक सास बहू हैं और बहुत ही दिलचस्प हैं। तो आए जनाब। चल चल जिੱਥੋਂ ਤੂੰ ਧਾਰ ਲਿਆ ਨਾ, ਚੱਲ ਤੂੰ ਅੱਜ ਮੈਂ ਇੱਥੇ ਸਾਰਾ ਕੁਝ ਰੱਖਣਾ ਕਰੇਗਾ। ਛੱਡ ਜੋ ਤੂੰ ਭੱਲੇ 'ਚ ਗੰਦ ਪਾਇਆ ਨਾ, ਅੱਜ ਇੱਥੇ ਦੁੱਧ ਤੇ ਪਾਣੀ ਦਾ ਪਾਣੀ ਹੋਣਾ। ਤੇ ਆਮ ਗੱਲ ਹੋਏਗੀ, ਵੇਖ ਲਾਂਗੀ ਮੈਂ ਵੀ ਤੈਨੂੰ। ਨਹੀਂ ਮੈਂ ਵੇਖ ਲਿਆ ਤੈਨੂੰ, ਖਾਣਾ ਖਰਾਬ ਦੀ। ਮੈਂ ਵੀ ਐਂਕਰ ਖਰੀਦੀ ਹੈ, ਵੇਖੀ ਤੇ ਸਹੀ, ਮੈਂ ਤੇਰਾ ਇਲਾਜ ਕਰਵਾਉਣੀ ਆ। ਇਹ ਮੈਂ ਕਿਹਾ ਬਾਜੀ ਇੱਕ ਗੱਲ ਤੇ ਦੱਸੋ। ਹਾਂਜੀ, ਇਹ ਚੱਲੀ ਸ਼ੁਰਲੀ ਕਿੱਥੋਂ ਲਈ ਜੇ ਨਾਲ ਜਿਹੜੀ ਬੈਠੀ ਹੈ? ਬਿਲਕੁਲ ਲੋਰੀ। ਆਹੋ, ਉਹ ਮੈਨੂੰ ਤੇ ਆਪ ਨਹੀਂ ਸਮਝ ਆਣ ਡਈ ਕਿ ਮੈਂ ਸ਼ੋਅ 'ਚ ਬੈਠੀ ਆ ਕਿ ਮੇਰੇ ਆਲੇ ਦੁਆਲੇ ਕੋਈ ਲੰਡਾ ਖੋਲ ਗਿਆ। ਮਾਸ਼ਾਅੱਲਾ, ਉਹ ਲੰਡਾ ਤੇ ਤੁਸੀਂ ਬੜਾ ਯੂਕੇ ਹੋ। ਚਲੋ ਮੈਂ ਯੂਕੇ ਨਹੀਂ ਤੇ ਤੂੰ ਕਿਤੇ ਆਇਆ ਮਨ। ਇਹ ਮੈਂ ਕਿਹਾ ਵੈਸੇ ਕਿੰਨੇ ਦਾ ਲਿਆ ਇਹ ਸਮਾਨ? ਅੱਧੀ ਕੀਮਤ ਲਿਆ ਜੀ ਮੈਂ। ਰਾਤੀ 12 ਵਜੇ ਤੋਂ ਬਾਅਦ ਕੀਮਤ ਹਾਫ ਹੋ ਜਾਂਦੀ ਨਾ। ਅੱਛਾ, ਉਹ ਜਿਹੜਾ ਪਰਲਾ ਨਹੀਂ ਬੈਠਾ, ਹਾਂ, ਬੜਾ ਸ਼ੋਖਾ ਬੱਚਾ ਬਈ। ਆਏ ਕੱਲ ਬਿੱਲੀ ਜਾਰੀ ਕੰਨ ਤੇ ਵੀ ਜਾਣਦੇ ਬਿੱਲੀ ਨੂੰ ਕਹੀ ਜਾਣਦਾ, ਥੱਲੇ ਉਤਰਨੀ ਐਡੀ ਤੂੰ ਕਮਾਂਡੋ। ਚਾਚਾ ਨਹੀਂ ਚਾਚਾ, ਪਹਿਲੇ ਮੋਚੀ ਹੁੰਦਾ ਸੀ, ਮੈਡੀਕਲ ਸਟੋਰ ਬਣਾ ਲਿਆ। ਫਿਰ ਇੱਕ ਬੰਦਾ ਆਇਆ, ਉਹਨੇ ਕਿਹਾ ਮੇਰਾ ਪੈਰ ਸੜਿਆ, ਮਰਮ ਦੇ ਦਿਓ। ਕਹਿੰਦਾ ਮਰਮ ਰਹਿਣ ਦਿਓ, ਜੁੱਤੀ ਦਾ ਤਲਾ ਪਾਓ। ਇਹ ਪਤਲਾ ਆਹੋ ਪਰਸੋਂ ਆਪਣੀ ਗਲੀ 'ਚੋਂ ਜਾਣ ਡਿਆ, ਕੁੱਤਾ ਇਹਨੂੰ ਘੂਰੀ ਪਾ ਕੇ ਵੇਖ ਰਿਹਾ ਸੀ। ਫਿਰ ਇਹ ਸੋਚਣ ਲੱਗ ਪਿਆ ਕਿ ਇਸ ਤੋਂ ਪਹਿਲੇ ਕਿ ਇਹ ਮੈਨੂੰ ਵੱਡੇ, ਮੈਂ ਇਹਨੂੰ ਵੱਢ ਦਵਾਂ। ਇਹ ਤੇ ਹੈ ਹੀ ਬੜਾ ਚਵਲ ਹੈਗਾ ਹੀ। ਗਲੀ 'ਚ ਕੁੱਤਾ ਬੈਠਾ ਤੇ ਉਹ ਵਿਚਾਰਾ ਪੈਰ ਨਾਲ ਨਾ ਮੂੰਹ ਤੇ ਇੰਜਨ ਕਰਨ ਡਿਆ ਤੇ ਉਹਨੂੰ ਕਹਿੰਦਾ ਅੱਛਾ ਜੀ ਸ਼ੇਮ ਨਰਮ ਕਰਨ ਡਏ। ਆਪ ਕਿੰਨੀਆਂ ਗੱਲਾਂ ਇਹ ਬਾਜੀ ਕਰ ਰਹੀ ਹੈ। ਇਹ ਗਲੀ 'ਚ ਬਹਿ ਕੇ ਸਿਗਰਟ ਪੀ ਰਹੀ ਤੇ ਇਹਦੇ ਸਾਹਮਣੇ ਕੁਕੜੀ ਨੇ ਇੰਜ ਅੰਗੜਾਈ ਲਈ ਤੇ ਕੁਕੜੀ ਨੂੰ ਕਹਿ ਰਹੀ ਚੱਲ ਏਡੀ ਤੂੰ ਵੱਡੀ ਨਰਗਸ।
ਇਹ ਆਂਟੀ ਕੱਲ ਦੁਪਹਿਰੇ ਕਾਲੇ ਕੱਪੜੇ ਪਾ ਕੇ ਛਾਤੇ ਸੁੱਤੀ ਤੇ ਕਾਂ ਇਕੱਠੇ ਹੋ ਗਏ ਕਹਿੰਦੇ ਸਾਡਾ ਮੁਰਸ਼ਦ ਮਰ ਗਿਆ। ਇਹਨੂੰ ਕੁਛ ਨੇ ਕਹਿਣਾ ਇਹਦਾ ਵੱਡਾ ਭਰਾ ਗਵਾਚ ਗਿਆ। ਕਿਵੇਂ? ਆ ਸੁਪਰਮੈਨ ਸੀ ਤੇ ਉੱਡਣ ਡਿਆ ਸੀ, ਹਵਾ ਤੇਜ਼ ਦਾ ਤੇ ਬਾਰਡਰ ਹੀ ਕ੍ਰਾਸ ਕਰ ਗਿਆ। ਇਹ ਜਿਹੜੀ ਬਾਜੀ ਬੋਲ ਰਹੀ ਹੈ ਨਾ, ਜਹਾਜ਼ ਦੇ ਵਿੱਚ ਬੈਠੀ ਤੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਜਹਾਜ਼ ਦੇ ਪਹੀਏ ਨਹੀਂ ਖੁੱਲ ਰਹੇ, ਤੇ ਬਾਜੀ ਘਬਰਾ ਕੇ ਕਹਿੰਦੀ ਪਹੀਏ ਨਹੀਂ ਖੁੱਲਦੇ ਤੇ ਨਾ ਖੋਲਣ, ਦਰਵਾਜ਼ੇ ਤੇ ਖੋਲੋ। ਮੈਂ ਤੇ ਘਰ ਪਰੋਣਾ ਗਿਆ ਤੇ 2 ਬੋਤਲਾਂ ਲੈ ਕੇ ਆਇਆ। ਅੱਛਾ। ਤੇ ਮੂੰਹ ਨਾਲ ਢੱਕਣ ਖੋਲਿਆ ਤੇ ਇੰਜ ਹੋ ਗਿਆ। ਮੈਂ ਕਿਹਾ ਸੁਣਾ ਕੀ ਹੋਇਆ? ਕਹਿੰਦਾ ਢੱਕਣ ਅੰਦਰ ਲੰਘ ਗਿਆ। ਪਰਲਾ ਨਹੀਂ ਪਤਲਾ ਏਡੀ ਮਾੜੀ ਸੀ ਤੇ ਕੋਲਡ ਡਰਿੰਕ ਪੀਤੀ ਕਿਤੇ ਵਿੱਚ ਲੂਣ ਪਾ ਲਿਆ, ਇੰਜ ਕਰਕੇ ਪੀਤੀ ਤੇ ਗੈਸ ਨਾਲ ਪਿੱਛੋਂ ਲੱਤਾਂ ਚੁੱਕੀਆਂ ਗਈਆਂ। ਆਪੇ ਬਾਜੀ ਕਿੰਨੀਆਂ ਗੱਲਾਂ ਕਰਦੀ ਏ। ਇੱਕ ਘਰੇ ਮਹਿਮਾਨ ਗਈ ਏ, ਉਹਨਾਂ ਨੇ ਕੋਲਡ ਡਰਿੰਕ ਗਲਾਸ ਚ ਪਾਈ ਤੇ ਉੱਤੇ ਉੱਤੇ ਝੱਗ ਆਈ, ਕਹਿੰਦਾ ਬਸ ਮੈਨੂੰ ਇੰਨੀ ਦੇ ਦਿਓ। ਇਹ ਪਤਲਾ ਜਿਹਾ ਨਾ ਇਧਰ ਗਿਆ, ਇਧਰ ਝੰਗ ਤੋਂ ਅੱਗੇ ਨਾ ਪਰੋਣਾ, ਉੱਥੇ ਰੋਟੀ ਵੱਡੀ ਵੱਡੀ ਹੁੰਦੀ ਏ, ਏਡੀ ਵੱਡੀ ਰੋਟੀ। ਉਹਨਾਂ 2 ਰੋਟੀਆਂ ਦਿੱਤੀਆਂ, ਇੱਕ ਥੱਲੇ ਵਿਛਾ ਕੇ ਉੱਤੇ ਲੈ ਕੇ ਸੌਂ ਗਿਆ। ਇੱਕ ਸਮੇਲੀ ਜੀ ਆਂਟੀ ਨੂੰ ਨਾ ਸੋਡੇ ਵਾਲੀ ਬੋਤਲ ਦਿੱਤੀ, ਉੱਤੇ ਝੱਗ ਆਈ ਤੇ ਕਹਿੰਦਾ ਲੋ ਬੋਤਲ ਬੇਹੋਸ਼ ਹੋ ਗਈ। ਐ ਆਂਟੀ ਨਹੀਂ ਹੈਗੀ, ਇਹਦੇ ਸਾਹਮਣੇ ਇੱਕ ਬੰਦਾ ਸਾਬਣ ਨਾਲ ਹੱਥ ਧੋ ਰਿਹਾ, ਉਹਦੇ ਹੱਥਾਂ ਤੇ ਝੱਗ ਲੱਗੀ, ਕਹਿੰਦਾ ਓਏ ਹੋਏ ਸਾਬਣ ਨੂੰ ਗਾਸ਼ ਪੈ ਗਈ, ਮੂੰਹ ਚੋਂ ਝੱਗ ਨਿਕਲ ਰਿਹਾ। ਐ ਚਵਲ ਕੱਲ ਇਹਨੂੰ ਮਾਰ ਪਈ। ਕਿਉਂ? ਗਲੀ 'ਚ ਨਾ ਕਿਸੇ ਨੇ ਖੋਤਾ ਬੰਨਿਆ ਸੀ, ਉਹ ਵਿਚਾਰਾ ਲੇਟੀਆਂ ਲੈਣ ਡਿਆ ਤੇ ਉਹਨਾਂ ਦਾ ਬੂਹਾ ਖੜਕਾ ਕੇ ਕਹਿੰਦਾ ਤੁਹਾਡੇ ਖੋਤੇ ਨੇ ਜ਼ਹਿਰ ਪੀ ਲਿਆ। ਇਹ ਆਂਟੀ ਹੈ ਬੇਵਕੂਫ ਏ। ਹਾਂ। ਕਿਸੇ ਨੇ ਇਹਨੂੰ ਕਿਹਾ ਕਿ ਜਾਨ ਜਿਹੜੀ ਹੈ ਨਾ ਫਰਿਸ਼ਤਾ ਸਰਾਣੇ ਵਾਲੋਂ ਪਾਸੇ ਕੱਢਦਾ, ਫਿਰ ਇਹਨੇ ਮੰਜੀ ਦੇ ਦੋਨੋਂ ਪਾਸੇ ਦੋਣਾ ਪਵਾ ਲਿਆ। ਦੋਨੋਂ ਪਾਸੇ ਉਹ ਪਤਲਾ ਨਹੀਂ ਪਤਲਾ, ਉਹਨੇ ਕਿਤੇ ਮੂਲੀਆਂ ਬਹੁਤੀਆਂ ਸਟਾ ਲਈਆਂ ਤੇ ਵਿਕੀਆਂ ਹੀ ਨਹੀਂ, ਉਹਨਾਂ ਧਾਗੇ ਪਾ ਕੇ ਤੇ ਉਹਨਾਂ ਨੂੰ ਮੋਮਬੱਤੀਆਂ ਬਣਾ ਕੇ ਵੇਚ ਰਹੇ ਆ। ਇੱਕ ਬੰਦਾ ਲੈ ਕੇ ਗਿਆ, ਉਹਨੇ ਕਿਹਾ ਜੀ ਇਹਨੂੰ ਅੱਗ ਨਹੀਂ ਲੱਗ ਰਹੀ, ਕਹਿੰਦਾ ਇਹਨੂੰ ਅੱਗ ਨਾ ਲਾਓ, ਇਹਨੂੰ ਲੂਣ ਲਾਓ। ਉਹ ਮੂਲੀ ਵਾਲੀ ਮੋਮਬੱਤੀ ਇੱਕ ਬੰਦੇ ਨੇ ਘਰ ਜਾ ਕੇ ਜਲਾ ਲਈ, ਪੂਰੇ ਖਾਨਦਾਨ ਨੂੰ ਗੈਸ ਹੋ ਗਈ। ਰੰਗੀਲੇ ਨੇ ਵੀ ਸਬਜ਼ੀ ਦੀ ਦੁਕਾਨ ਪਾਈ, ਪੂਰੇ ਮਹੱਲੇ ਕੋਲ ਮਾਰ ਪਈ। ਉਹ ਕਿਉਂ? ਮੂਲੀਆਂ ਕਿਤੇ ਬਹੁਤੀਆਂ ਲੈ ਵਿਕੀਆਂ ਨਹੀਂ ਤੇ ਅਗਲੇ ਦਿਨ ਰੰਗ ਕਰਕੇ ਤੇ ਉਹਨੂੰ ਗਾਜਰਾਂ ਬਣਾ ਕੇ ਵੇਚਣ ਦੇ। ਆਂਟੀ ਨੇ ਕੱਲ ਪੂਰੇ ਕਿ ਮੂੰਗਫਲੀ ਲਾਈ ਤੇ ਇੱਕ ਬੰਦੇ ਦਾ ਐਕਸੀਡੈਂਟ ਹੋਇਆ ਤੇ ਉਹਨੂੰ ਕਹਿੰਦਾ ਮੂੰਗਫਲੀ ਖਵਾਓ ਮੂੰਗਫਲੀ। ਇਹ ਪਤਲੇ ਦੇ ਸਿਰ 'ਚ ਦਰਦ ਹੋ ਰਹੀ ਤੇ ਮੈਡੀਕਲ ਸਟੋਰ ਤੇ ਸ਼ੇਰ ਵਾਲੀ ਗੋਲੀ ਲੈਣ ਗਿਆ, ਤੇ ਉੱਥੇ ਜਾ ਕੇ ਭੁੱਲ ਗਿਆ ਗੋਲੀ ਦਾ ਨਾਂ, ਕਹਿੰਦਾ ਉਹ ਨੂਨ ਲੀਕ ਦੀ ਗੋਲੀ ਦੇ ਦਿਓ। ਇੱਕ ਜਗ੍ਹਾ ਨਾ ਨਿਸ਼ਾਨੇ ਲਾਉਣ ਦਾ ਮੁਕਾਬਲਾ ਹੋ ਰਿਹਾ ਸੀ। ਅੱਛਾ। ਸਾਰੇ ਲੋਕ ਨਿਸ਼ਾਨੇ ਲਾ ਰਹੇ ਤੇ ਉਹਨਾਂ ਕੋਲ ਗਲਤ ਲੱਗ ਰਿਹਾ, ਤੇ ਇਹ ਪਤਲਾ ਜਾ ਕੇ ਕਹਿੰਦਾ ਪਰੇ ਹੋ, ਤੁਹਾਨੂੰ ਨਿਸ਼ਾਨਾ ਹੀ ਨਹੀਂ ਲਾਉਣਾ ਹੁੰਦਾ। ਠਾ ਇਹਨੇ ਲਾਇਆ ਤੇ ਇਹਦੇ ਕੋਲ ਵੀ ਗਲਤ ਲੱਗਾ, ਤੇ ਕੱਚਾ ਨਹੀਂ ਹੋਇਆ, ਕਹਿੰਦਾ ਤੁਸੀਂ ਇੰਜ ਲਾ ਰਹੇ ਸੀ। ਸੜਕ ਦੇ ਉੱਤੇ ਇੱਕ ਬੰਦਾ ਬੇਹੋਸ਼ ਹੋਇਆ ਤੇ ਸਾਰੇ ਪਾਸੇ ਰਸ਼ ਪਿਆ, ਤੇ ਇਹ ਜਾ ਕੇ ਦੌੜ ਕੇ ਪਤਲਾ ਜਿਹਾ ਕਹਿੰਦਾ ਉਹ ਦੁੱਧ ਦਾ ਗਲਾਸ ਲਿਆਓ, ਦੁੱਧ ਦਾ ਗਲਾਸ ਲਿਆਓ। ਇੱਕ ਬੰਦਾ ਦੌੜ ਕੇ ਦੁੱਧ ਦਾ ਗਲਾਸ ਲੈ ਕੇ ਇਹਨੂੰ ਦਿੱਤਾ ਤੇ ਪੀ ਕੇ ਕਹਿੰਦਾ ਮੇਰੇ ਕੋਲ ਇਹੋ ਜਿਹਾ ਟਾਈਮ ਨਹੀਂ ਦੇਖਿਆ ਜੀ। ਇਹ ਵਿਚਕਾਰਲੀ ਆਂਟੀ ਨਹੀਂ ਜਿਹੜੀ ਧੂਆਂ ਸ਼ੌਕ ਨਾਲ ਸੁੰਘਦੀ ਓਏ ਹੋਏ ਹੋਏ ਹੋਏ, ਮੈਂ ਕਹਿੰਦਾ ਗਜ਼ਲ ਵੀ ਨਹੀਂ ਗਾ ਰਹੀ ਤੇ ਮੂੰਹ ਇੱਧਰ ਨੂੰ ਵੇਖ ਲਓ। ਇਹ ਆਂਟੀ ਹੈ ਬੇਵਕੂਫੀ। ਕਿਸ ਤਰ੍ਹਾਂ? ਕੱਲ ਨਾ ਇੱਕ ਚੌਂਕ 'ਚ ਐਕਸੀਡੈਂਟ ਹੋਇਆ, ਇਹ ਕਹਿੰਦੀ ਹਾਏ ਮੇਰਾ ਬੰਦਾ ਮਰ ਗਿਆ, ਮੇਰਾ ਬੰਦਾ ਮਰ ਗਿਆ, ਮੇਰਾ ਬੰਦਾ ਮਰ ਗਿਆ। ਸਾਰੇ ਪਰਾਂ ਹੋਏ, ਅੱਗੇ ਜਾ ਕੇ ਵੇਖਿਆ ਤੇ ਖੋਤਾ ਪਿਆ ਸੀ। ਆ ਪਰਲਾ ਨਹੀਂ ਸੁੱਕਾ ਜਿਹਾ, ਵੇਖ ਇਹਦੀ ਕਿੱਡੀ ਮਾੜੀ ਸਿਹਤ ਏ। ਕੱਲ ਇੰਜ ਕਰਕੇ ਤੁਰਿਆ ਜਾਵੇ। ਮੈਂ ਕਿਹਾ ਹਾਏ ਵੇ ਤੈਨੂੰ ਕੀ ਹੈ? ਪਤਾ ਲੱਗਾ ਅੱਖ ਮਾਰੀ ਤੇ ਪਾਸਾ ਖਿੱਚਿਆ ਗਿਆ। ਤੂੰ ਤੇ ਬੜਾ ਅਨੋਖੀ ਭਲਵਾਨ ਹੈ ਨਾ ਬੜਾ। ਇਹਨੇ ਕਿਤੇ ਅੰਬ ਲਾ ਲਿਆ ਤੇ ਸਾਰੀ ਦਿਹਾੜੀ ਅੰਬ ਲੈ ਕੇ ਬੈਠਾ ਰਿਹਾ ਤੇ ਵਿਕੇ ਹੀ ਨਹੀਂ। ਇਹਦੇ ਸਾਹਮਣੇ ਇੱਕ ਐਕਸੀਡੈਂਟ ਹੋ ਗਿਆ, ਬੰਦੇ ਦੇ ਕੋਲ ਗਿਆ ਤੇ ਬੰਦੇ ਦੀ ਹਾਲਤ ਬੜੀ ਖਰਾਬ, ਕਹਿੰਦਾ ਓਏ ਹੋਏ ਹੋਏ ਇਹਨੇ ਮਰ ਜਾਣਾ, ਇਹਨੂੰ ਅੰਬ ਚ ਪਾਓ। ਚਾਚੇ ਨੇ ਕੁੱਕੜ ਰੱਖੇ ਪਾਈ, ਇਹਨੇ ਕੁੱਕੜ ਭੁੱਖੇ ਹੀ ਮਾਰ ਦਿੱਤੇ। ਅੱਛਾ। ਉਹ ਲੁੱਡੋ ਵਾਲੇ ਦਾਣੇ ਪਾਉਂਦਾ ਰਿਹਾ ਉਹਨਾਂ ਨੂੰ। ਇਹ ਲੋ ਉਹਨਾਂ ਕੁੱਕੜਾਂ ਚੋਂ ਇੱਕ ਕੁੱਕੜ ਗੱਲ केपी में जीती जेयू आई है और खुशियां नून लीग मना रही है, ये क्या बात है? पहली बात तो ये कि वहाँ पे PMLN ने भी अपना हिस्सा लिया है, ANP ने भी लिया है और जमीयत उलमा पाकिस्तान फजल रहमान ग्रुप ने भी लिया है। और चूँकि JUIF PDM का हिस्सा है और जो सियासी जमातों ने बतौर अपोजिशन एक अलायंस बनाया है, तो वो उनका एक बहुत बड़ा हिस्सा है इसके अंदर। तो इसलिए तमाम अपोजिशन में जो जमात भी जीतेगी, ये सब के लिए एक खुशी की बात है। हुकूमत कह रही है इससे ज्यादा नालायक अपोजिशन हमने कभी देखी ही नहीं है। अपोजिशन का लायक या नालायक होने से कोई ताल्लुक नहीं, क्योंकि बराह रास्त जो हुकूमत है, लोगों ने उसकी कारकर्दगी को लेकिन जांचना है। अपोजिशन टफ टाइम तो देती है ना। मैंने बात आपकी मान ली, लेकिन बुनियादी बात यह कि टफ टाइम तो तब दिया जाता है जब हुकूमत की कारकर्दगी के पे लोगों को शक हो कि अच्छी है या बुरी है। तो मैं ये समझता हूँ कि पाकिस्तान की तारीख में ये वाहिद हुकूमत है जिसमें 22 करोड़ अवाम में से किसी के कोई शक नहीं है कि इससे नालायक हुकूमत पाकिस्तान में कभी आई नहीं है। साडी ते किस्मत खराब है मियां साहब, जे हुकूमत मिली
تے नाअहल, जे अपोजिशन मिली ते कंप्रोमाइज। इनके कहने का मतलब है नसीर साहब के हुकूमत आपको डील नहीं दे रही और आवाम को ढील नहीं दे रही। नहीं, मेरा नहीं ख्याल ये कि डील या ढील का इशू है, ना ही मेरे ख्याल में अब इस पे हमें, अब लोगों को भी ये बड़ी क्लैरिटी है इसमें कि ना अपोजिशन किसी किस्म की ढील चाहती है, ना इनसे कोई ढील चाहती है, ना इनके अख्तियार में कोई है और ना ही हुकूमत की इतनी औकात है। अगर इन नाहल लोगों ने एक नकम्मी पॉलिसीज़ बनानी है, एक ऐसी हुकूमत करनी है जिसमें आप देख रहे हैं कि ये फलता फूलता पंजाब जो मतलब पूरे पाकिस्तान को लीड करता था, आज उसका भी सत्यानाश किया हुआ है। सो अपोजिशन जितनी मर्जी सख्त अपोजिशन करे या नरम करे, अगर हुकूमत ने डिलीवर नहीं करना तो उसको ज़बरदस्ती डिलीवर नहीं करा सकता। वाकई महंगाई ते इन्नी हो गई है कि पहले बंदा खरीदਣ ਜਾਂਦਾ ਸੀ ਨਾ ਕੋਈ ਚੀਜ਼ ਪਰਚੂਨ ਵਾਲੀ ਦੁਕਾਨ ਤੇ ਕਹਿੰਦਾ ਸੀ ਇੱਕ ਪੈਕੇਟ ਦੁੱਧ ਦਾ ਦੇ ਦਿਓ, ਅੱਧਾ ਕਿਲੋ ਦਾਲ ਦੇ ਦਿਓ, 2 ਕਿਲੋ ਚੌਲ ਦੇ ਦਿਓ, ਤੜੀ ਨਾਲ ਕਹਿ ਰਿਹਾ ਹੁੰਦਾ ਸੀ। ਹੁਣ ਬੰਦਾ ਜਾ ਕੇ ਕਹਿੰਦਾ ਇੱਕ ਦੁੱਧ ਦਾ ਪੈਕੇਟ ਦੇ ਦੇ, ਅੱਧਾ ਕਿਲੋ ਦਾਲ ਵੀ ਦੇ ਦੇ ਯਾਰ, 2 ਕਿਲੋ ਚੌਲ ਵੀ ਦੇ ਦਿਓ। ਮੈਂ ਲੈ ਲਿਆ ਹੁਣ ਸਾਰੀ ਤਨਖਾਹ ਤੇ ਇੰਨੇ ਕੰਮ 'ਚ ਚਲੇ ਜਾਣਗੇ, ਬਾਕੀ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਏਗਾ ਯਾਰ। जी तुसी ऑपोजिशन ਨੂੰ ਕੀ ਚਾਹੁੰਦੇ ਹੋ? मतलब ऑपोजिशन ਦੇ ਹੱਥ कोई इख्तियार है नहीं, ना हुकूमत है, ना चीज़ें महंगी करने का इख्तियार है, ना सस्ती करने का इख्तियार है। मियाँ साहब, हमारी इस हालत की सिर्फ हुकूमत जिम्मेदार नहीं है, ऑपोजिशन भी है। एक ऐसी ऑपोजिशन जिसके हाथ में ना हुकूमत है, ना चीज़ें महंगी करने का इख्तियार है, ना सस्ती करने का इख्तियार है। ऑपोजिशन इसलिए जिम्मेदार है कि अगर हुकूमत परफॉर्म नहीं कर रही तो ऑपोजिशन भी तो कोमे में गई हुई है। मियाँ साहब कुड़ी सही कह रही है, क्योंकि वड्डे मियाँ साहब एक तकरीर करते हैं, मुड़ के प्यो धी 3-3 महीने चुप रहते हैं। ऑपोजिशन का क्या रोल है, क्या नहीं है, क्या होना चाहिए, सड़कों पे आना चाहिए, तोड़ फोड़ करनी चाहिए, सड़कें ब्लॉक करनी चाहिए, ये बात की बात है। पहली बात तो ये है कि जिन्होंने जवाब उन लोगों ने देना है जिन्होंने 50 लाख घरों का वादा किया था, जवाब उन्होंने देना है जिन्होंने 1 करोड़ नौकरी का वादा किया। नसीर साहब, आपकी बात को मैं थोड़ा आसान कर देती हूँ। अभी कुछ दिन पहले पीडीएम ने हफ्ता महंगाई मनाया है, कितने लोग सड़कों पर आए? मैं कह रहा हूँ उसमें एक बंदा भी फर्ज करे नहीं आया, तो क्या हुकूमत जो इक़्तिदार में बैठी है उसने जो 50 लाख लोगों के घरों का वादा किया था उससे मुकर जाना चाहिए? उन्होंने जो 1 करोड़ नौकरी देने की बात की थी उस पर उनको मुकर जाना चाहिए? उन्होंने लोगों के लिए जो आसानियाँ पैदा करनी थी उसमें उनको रिलीफ मिलना चाहिए? ऑपोजिशन चाहे सड़कों पे आए या ना आए, मैं फिर ये कह रहा हूँ कि जो लोग अपना मैनिफेस्टो लेके इक़्तिदार में आए थे, जिम्मेदारी उनकी है, उन्होंने डिलीवर करना है, उन्होंने दिखाना है। अगर हुकूमत की डिलीवरी सड़कों पे एहतजाज फर्ज करें 50,000 आदमी है तो इसका मतलब वो ज़्यादा डिलीवर करेंगे, अगर 5 लाख आदमी तो और ज़्यादा डिलीवर करेंगे, ये मैटर नहीं है। पहली बात तो ये कि सवालों के लोगों के मसाइल का जवाब हुकूमत ने देना है। ऑपोजिशन सड़कों पे एक बंदा लेके आए या 10 बंदे लेके आए, और हम अगर ना भी लेके आए, आपने देख लिया केपीके के अंदर लोगों ने वोट उनको नहीं डाले, खानीवाल के अंदर देख लिया, लाहौर के अंदर देख लिया, और अब आप आइंदा भी देखेंगे। असल बात ऑपोजिशन का सड़कों पे आना या आना नहीं है, असल बात यह है कि पाकिस्तान की 22 करोड़ आवाम मुश्किलात में है, और ये जो लोग जो इक़्तिदार में आए या लाए गए हैं, इनकी जिम्मेदारी है कि इन्होंने लोगों को डिलीवर करना है। इन्होंने जो वादा किया था कि पूरी दुनिया में पाकिस्तान का नाम रोशन करना है, पासपोर्ट को इज्जत देनी है, भाई वो वादे किधर हैं? आप अपनी कारकर्दगी तो बताएं ना, बहैसियत ऑपोजिशन आपकी क्या जिम्मेदारी थी? क्या आपकी जिम्मेदारी नहीं थी कि गवर्नमेंट पर प्रेशर बनाते, पार्लियामेंट में गवर्नमेंट पर प्रेशर बढ़ाते, ताकि जो मैनिफेस्टो वो लेकर आए थे उस पर अमल करते, लोगों को फैसिलिटेट करते? ये तो ऑपोजिशन की जिम्मेदारी थी। ओ ज़मा जी, इन्हां ने प्रेशर की पाना, इन्हां कोल ते पार्लियामेंट च बंदे पूरे नहीं हुंदे। हुकूमत जेड़ा चाहती आ बिल पास हो जाता, ये बाद च कहंदे आ साडे 6 बंदे बीमार सन ते 10 बैरून ने मुल्क ओए हुकूमत बिल पास करा रही है, तेरे कोलों तो घर दा बिल नहीं जमा हो रहा, तेरी दानिशवरी दा ते दूर ही फिटे मुंह। शुक्र है ਅਸੀਂ ਨਹੀਂ ਬੋਲੇ, ਨਹੀਂ ਤੇ ਇਹਨੇ ਥੋੜਾ ਥੋੜਾ ਸਾਡੇ ਵੱਲ ਵੀ ਕਹਿ ਦੇਣਾ ਸੀ। ਇਹਨੂੰ ਖਾਲੀ ਦੁਰ ਫਿਟੇ ਮੂੰਹ ਨਹੀਂ ਕਹਿਣਾ ਚਾਹੀਦਾ, ਇਹਨੂੰ ਕਹਿਣਾ ਚਾਹੀਦਾ ਦੁਰ ਫਿਟੇ ਮੂੰਹ ਤੇਰੀਆਂ ਨਾਸਾਂ। ਇਹ ਕਿਸੇ ਦਿਨ ਤੇਰੀ ਬਾਹ ਇੱਥੇ ਹੀ ਆਕੜ ਜਾਣੀ ਹੈ, ਐਸ ਹੱਥ ਨਾਲ ਤੂੰ ਕਹਿਣਾ ਹੈ ਕੀ ਹੋ ਗਿਆ। वैसे शनाख्ती नामत तेरी यही होनी, मुंह पे नासों का निशान। जी ज़ारा, मॉडल्स को तैयार करते करते क्या थक गई थी जो मॉडलिंग की तरफ आने का फैसला कर लिया? नहीं, ऐसी बात नहीं थी, बस ये था कि मेरा इंटरेस्ट जो शुरू से था वो मॉडलिंग और एक्टिंग में था, और मेरी फैमिली का जो इंटरेस्ट था वो उनका ब्यूटिशियन में था कि मैं ब्यूटिशियन बनूं। अच्छा, तो इसलिए फिर मैंने काफ़ी ममालिक से कोर्सेज भी किए, और अच्छा माशा से क्रिएटिव मेकअप, ब्राइडल मेकअप, सारा मेकअप मैंने सीखे हैं। तो फिर आपने सोचा कि खुद ही ब्यूटिशियन और खुद ही मॉडल बन जाऊं, एक तीर से 2 शिकार। अपने पर टाइम मुझे मिलता नहीं था, फिर मैंने इसलिए कि मैं अपना खुद बाहर से खर्चा करवा लेती, लेकिन जो है ना अपनी मॉडल्स उनका जो है मतलब कि उनको मैं खुद ही। ਨਾਲੇ ਮਾਡਲ ਨੂੰ ਤਿਆਰ ਹੋਣ ਵਾਸਤੇ ਬਿਊਟੀ ਪਾਰਲਰ ਤੇ ਜਾਣਾ ਪੈਂਦਾ ਹੈ, ਕਿੰਨੇ ਏੜੇ ਪੈਸੇ ਲੱਗਦੇ ਨੇ,
ਇਹਨਾਂ ਨੇ ਕਿਹਾ ਚਲੋ ਉਧਰੋਂ ਵੀ ਬਚਤ ਹੋ ਜਾਇਆ ਕਰੇਗੀ, ਆਪ ਹੀ ਘਰ ਤਿਆਰ ਹੋ ਗਈ ਤੇ ਆਪ ਹੀ ਜਾ ਕੇ ਮਾਡਲਿੰਗ ਕਰ ਲੈ। ਵੈਸੇ ਬਿਊਟੀਸ਼ੀਅਨ ਦਾ ਨਾਲ ਵਿਆਹ ਨਹੀਂ ਕਰਨਾ ਚਾਹੀਦਾ ਨਿਰਮਲ। ਕਿਉਂ? ਆ ਚਾਚੀ ਤੁਹਾਡੀ ਵੀ ਪਹਿਲੇ ਮੇਕਅਪ ਵਗੈਰਾ ਕਰਦੀ ਸੀ। ਅੱਛਾ। ਹਾਂ, ਜਦੋਂ ਦਾ ਮੇਰੇ ਨਾਲ ਵਿਆਹ ਹੋਇਆ ਨਾ, ਰਾਤੀ ਮੇਰੇ ਤੇ ਟਰਾਈਆਂ ਕਰਦੀ, ਮੈਨੂੰ ਮੇਕਅਪ ਕਰਕੇ, ਮੈਨੂੰ ਸਾੜੀ ਪਵਾ ਕੇ ਕਹਿੰਦੀ ਹੈ ਜਰਾ ਟੁਰ ਕੇ ਦਿਖਾ ਕਿਸ ਤਰ੍ਹਾਂ ਦਾ ਲੱਗਣਾ। ਹਾਂ ਚਾਚੀ ਸਾਡੀ ਨਾ ਪਹਿਲੇ ਬਿਊਟੀਸ਼ੀਅਨ ਸੀ, ਹੁਣ ਮਾਡਲ ਬਣ ਗਈ ਹੈ, 86 ਮਾਡਲ। ਨਹੀਂ ਇਹਨਾਂ ਨੂੰ ਬਣਾਉਂਦੀ ਏ, ਕਦੀ ਇਹਨਾਂ ਨੂੰ ਤਿਆਰ ਕਰਕੇ ਰੀਮਾ ਬਣਾ ਦਿੰਦੀ ਏ, ਕਦੀ ਮੀਰਾ ਬਣਾ ਦਿੰਦੀ ਏ, ਕਦੀ ਸਫਦਰ ਖੁਸਰਾ ਬਣਾ ਦਿੰਦੀ ਏ। मैं बड़ा चाहना कि मैं शफकत चीमा बड़ा नहीं बनन देना। एक्टिंग का शौक भी है आपको? हाँ जी, एक्टिंग का शौक भी है। ज्यादा शौक एक्टिंग का है या मॉडलिंग का है? ज़्यादा शौक मुझे एक्टिंग का है। क्यों? इसलिए क्योंकि जो मैं चाहती हूँ कि एक्टिंग में आऊँ जिसमें मेरा मतलब कि काफ़ी टाइम तक इस फील्ड में नाम रहे। अभी ट्राई ले लेते हैं इनकी। ज़ारा जी जरा बना के कहिएगा मुझे आई लव यू, मैं आपसे बहुत प्यार करता हूं। गुस्से वाले अंदाज से, प्यार वाले अंदाज से? दिल ते पत्थर रख के या दिल ते कोई लिपस्टिक रख के कहो। मैं तुझसे बहुत प्यार करती हूँ वीरा। खुदा दा वास्ता ही कितने ते लैन बज लेंदे हो। अच्छा, और आप ये कह सकती हैं कि बाबा तुम यहाँ कहाँ हो? भीख मांगने वाला बाबा। हाँ। अब्बा वाला बाबा नहीं। हाँ। अब दोनों में से जो बोलेंगी मैं बना कर दूंगी। वेलकम बैक नाज़रीन, बातचीत के सिलसिले को आगे बढ़ाते हैं। अच्छा नसीर साहब, शायद खाकान अब्बासी साहब कहते हैं कि हमारे वजीर आजम शहबाज शरीफ साहब होंगे। मरियम नवाज साहिबा ये फरमाती हैं कि फैसला नवाज शरीफ साहब ने करना है। आखिर ये शरीफ हाउस की लड़ाई खत्म कब होनी है? इसमें लड़ाई वाला इशू कोई नहीं। शायद हकान साहब से जब उन्होंने पूछा तो उन्होंने तजवीज़ किया कि शहबाज शरीफ साहब को होना चाहिए, बट मरियम ने ठीक बात की कि ये फैसला पार्टी करेगी उस वक्त और हालात के मुताबिक। सो मेरा ये ख्याल है कि ये दोनों ने अपनी जगह पर ठीक बात की। उन्होंने अपनी ख्वाहिश का इजहार किया कि शहबाज शरीफ साहब जिन्होंने पंजाब के अंदर बहुत अच्छा डिलीवर किया और उनकी एडमिनिस्ट्रेशन पूरे पाकिस्तान में मानी जाती है, बट बतौर पार्टी जब नाम आएगा तो उसमें और भी उम्मीदवार हो सकते हैं। अगर उसमें से वो शहबाज शरीफ को चूज कर लें तो इसमें कोई कबाहत नहीं है। सो मरियम ने जो बात की, उन्होंने कहा कि ये फैसला भी पार्टी ने करना है, लेकिन मरियम ने ये बात भी साथ की है कि अगर मेरी ज़ाती ख्वाहिश पूछे तो मेरे लिए भी, मैं भी प्रेफर करूँगी कि शहबाज शरीफ साहब ही बने, बट ये फैसला भी पार्टी ने करना है और ये ऑब्वियसली पार्टी के सारे सीनियर अरकान बैठेंगे, वो फैसला करेंगे, फिर तय होगा कि शहबाज साहब बनते हैं या कोई और। तो मेरे से भी पूछेंगी तो मेरा भी ख्याल है कि मियां शहबाज शरीफ साहब को प्राइम मिनिस्टर होना चाहिए, बट जो पार्टी फैसला करेगी अल्टीमेट सब ने उसी को फॉलो करना है और उसी को मानना है। मियां साहब एक गल दसो, पार्टी का सदर मैं हाँ, पिछले 10 साल तो वज़ीर आला मैं रहा हाँ और भाएं तो बाहर इंजॉय करने तीखा मैं भुगतन डया हाँ। ये हक किहदा बनदा वज़ीर आज़म बनन दा? दसो तुसी मेरे नाल हो कि पार्टी दे नाल हो? मैं फिलहाल तो पार्टी नाल ऐस पापी पेट दी खातर है लम्मे बूट पा के पानी च उतरदा रहे। ऐ सिला दे रहे जे मेरियां कुर्बानियां दा। इन्हें लम्मे बूट पाए ने विच डड्डूआं ने बच्चे देते ने, उन्हां दी फैमिलियां जवान हो गईयां, मैं बूट नहीं लाए। कोई नहीं, तरीका पूछ के तुहाडी सेहत बड़ी अच्छी हो गई। ਇਹ ਮੈਡਮ ਉਜ਼ਮਾ ਜੀ ਮੇਰੇ ਨਾਲ ਜ਼ਿਆਦਤੀ ਹੈ। ਇਹ ਤੇ ਉਹ ਹਿਸਾਬ ਹੋਇਆ ਖਾਣ ਪੀਣ ਨੂੰ ਬਾਂਦਰੀ ਤੇ ਕੁੱਟ ਖਾਣ ਨੂੰ ਰਿੱਛ। 2000 ਦੇ ਵਿੱਚ ਸਾਡੇ ਤੇ ਬੁਰਾ ਵਕਤ ਆਇਆ, ਕੁਰਬਾਨੀਆਂ ਦੇਣ ਨੂੰ ਮੇਰਾ ਬੇਟਾ ਹਮਜ਼ਾ ਸੀ। 2018 ਤੋਂ ਬਾਅਦ ਜਿੰਨੀਆਂ ਵੀ ਕੁਰਬਾਨੀਆਂ ਮੈਂ ਦੇ ਰਿਹਾ ਔਰ ਵਜ਼ੀਰ ਆਜ਼ਮ ਬਣਨ ਨੂੰ ਭਾਵੇਂ ਇਹ ਜ਼ਿਆਦਤੀ ਨਹੀਂ ਹੈਗੀ ਮੀਆਂ ਸਾਹਿਬ। तेरा कुछ नहीं जाना, तू मियां साहब का अगला टिकट फारग कराएगा। देखो कैसी गल है, खान साहब की आपोजिशन कर करके ते डायलॉग भी उन्हां वाले बोलण लग गए ने, घबराना नहीं है। ਅੱਛਾ ਇੱਥੇ ਬਹਿ ਕੇ ਗੱਲਾਂ ਨਾ ਕਰ, ਸਕੂਲਾਂ ਵਿੱਚ ਡਰਾਮੇ ਮੈਂ ਤੈਨੂੰ ਪਰਮਿਸ਼ਨ ਦਿੱਤੀ ਸੀ, ਹੁਣ ਲੈ ਕੇ ਵਿਖਾਈ ਜ਼ਰਾ। ਅੱਛਾ ਵੇਖੋ ਕਿੱਡਾ ਵੱਡਾ ਬੰਦਾ, ਲੋਕਾਂ ਤੇ ਜਿਹੜੇ ਨਿੱਕੇ ਨਿੱਕੇ ਆਸਾਨ ਵੀ ਕੀਤੇ ਉਹ ਵੀ ਯਾਦ ਨੇ ਉਹਨਾਂ ਨੂੰ। ਓਏ ਮੇਰੇ ਵਜ਼ੀਰ ਆਜ਼ਮ ਬਣਨ ਦੀ ਗੱਲ ਦੇ ਵਿੱਚ ਨਾ ਆਇਓ, ਇਸ ਮਸਲੇ ਦੇ ਵਿੱਚ ਮੈਂ ਘਰਦਿਆਂ ਨੂੰ ਬੋਲਣ ਨਹੀਂ ਦਿੰਦਾ, ਤੁਸੀਂ ਐਵੇਂ ਟਕੇ ਟਕੇ ਤੇ ਮਰਾਸੀ ਇਕੱਠੇ ਹੋਏ ਹੋ। अच्छा जी, तोहफा कबूल है हमें सरकार आपका, ले आया फिर वही हमें लो प्यार आपका, तोहफा कबूल है। मियां साहब परेशान हुए कि छोटे मियां साहब ने की हो गया। नसीर साहब आप परेशान मत होइएगा, ये इनकी रिंग टोन है। जब इनकी बैटरी थोड़ी डाउन होती है ना तो फिर हम ये थोड़ा सा गुनगुनाते हैं तो ये चार्ज हो जाते हैं। कुड़ियां आधा घंटा इंग्लिश बोल के ना बाद च मुलाजम बुला के नहीं, देखो 30 रुपए का हलीम लेके आओ। मियां साहब एक गल दसो, अब वज़ीर आज़म बनन दे विच बिला शिकते गैरे मेरा हक है कि नहीं है? नहीं। ओए मैं अपनी पार्टी दे बंदे पक्के करने, तुसी को कच्चे पक्के बरासी विच बोली जान दे। ओए इश्के दा फुल जदों मारिया
सजन ने इश्क दा फुल जदों मारिया सजन ने घूम गया नशा चढ़ गया नशा मैनू प्यार दा इश्क दा फुल जदों मारिया सजन ने क्या बात है राणा साहब देखना तुसी 5 मिनटां बाद ना ए मरवी भी कहणगे। ज़ारा सियासत में भी कुछ दिलचस्पी है आपकी? थोड़ी बहुत है उस्मा जी। अच्छा, यानी अगर कुछ सियासतदानों के नाम आपको बताऊं तो आप उनके डेजिग्नेशंस बता सकेंगी? मैं भी शायद बता सकूं। चलें, शहबाज शरीफ साहब। नवाज शरीफ साहब के साथ सारा कुछ उनका जो सारा चेक एंड बैलेंस सब कुछ वही करते हैं, सारी चीज़ें उनको ही मतलब के सारा कुछ उनके हाथ मतलब के होते हैं, जब वो नहीं होते तो फिर वाह 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 ए समझ रही है छोटे मियाँ साहब बड़े मियाँ साहब दे मुंशी ने। नून लीग से जाहिर सी बात उनके भाई हैं तो उनके नून लीग से ही उनका ताल्लुक होगा। और हमें जब हम देखते हैं पंजाब को मतलब कि हम सिंध को देखते हैं तो हमें अपना पंजाब बहुत अच्छा साफ़ सुथरा नीट एंड क्लीन लगता है। तो मैं यहाँ तक कि मेरी फैमिली मेरी मदर वगैरह माशाल्लाह सब नून लीग को सपोर्ट भी करते हैं। उनका ओहदा पूछ रहे हैं आपसे। वो नून लीग से हैं और उनका ओहदा उनका ये है कि वज़ीर आज़म की उनकी टीम में काम कर उनके साथ है मतलब उनके साथ उनके भाई हैं ऑफ कोर्स मतलब कि उनके भाई हैं और उनके जगह भी हैं। अब मियाँ साहब की जिहड़ी जगह नैब ने कब्जे च लिती है ना आ ज़ारा दा कहना कि वो जगह जिहड़ी है ना आ छोटे मियाँ साहब दी है। मुझे तो इस बातों का पता ही नहीं। आ कुड़ी हैगी सही सी हाँ इनू इट वजी ना तो फिर पागल हो गई। शहबाज शरीफ साहब का तो आपने बता दिया, नवाज शरीफ साहब का क्या होता है? वो वजीर आजम थे हमारे पंजाब के, पाकिस्तान मतलब सॉरी पाकिस्तान के। पंजाब के भाई जर्नल नॉलेज होवे ना आ बच्ची वर्गा मन गई आई। क्या बात। इस टाइम तो वो आई थिंक बाहर है। अच्छा, आपके कागजों में वो परदेसी है। एक परदेसी इंशाल्लाह वो वापस आएंगे और वो अपने जाते जाते मीठा मीठा गम दे गया। वो ए गाना इंज गाओ, एक परदेसी मेरा वोट ले गया, एक परदेसी मेरा वोट ले गया, जाते जाते मीठे मीठे लारे दे गया, जाते जाते मीठे मीठे लारे दे गया। अच्छा ज़ारा, आपने बड़ा अच्छा बता दिया कि नवाज शरीफ साहब तो परदेसी हैं। मरियम साहिबा को फॉलो करती हैं आप? मरियम नवाज दिल करे ना कह दें कि वो तमाम लीडरों के लिए कुकिंग करती हैं। उनकी पार्टी पोजीशन क्या है, क्या समझती है, उनका सियासी ओहदा क्या है इस वक्त? मुझे इतना तो नहीं नॉलेज है, लेकिन ये कह सकती हूँ कि वो अपने फादर की जगह इस टाइम उनको लीड कर रही हैं और पूरा उनको मतलब कि सपोर्ट करके और अपनी बेस को पावरफुल कर रही हैं। उनका होना बहुत ज़रूरी था मतलब कि। अच्छा ज़ारा, मेरे ख्याल से सही तरह से एक्सप्लेन नहीं कर पाई। दरअसल ये कहना चाहती हैं कि मरियम साहिबा जो हैं वो मियाँ साहब की पॉलिटिकल रिप्लेसमेंट हैं। वाह वाह, याददाश्त वापस आ रही कुड़ी। अच्छा ये बताएं, आरिफ अलवी साहब कौन है? मेरा पॉलिटिशियन से इतना क्लोज तो नहीं है, लेकिन जो था नून लीग से थोड़ा सा मैं ज़्यादा इंटरेस्टेड हूँ और मैं इन्वॉल्व हूँ तो मुझे अच्छा लगता है मतलब। लो जी, मियाँ साहब ने ਇਹਨੂੰ ਕਿਧਰੇ ਆਉਂਦੇ ਨਾ ਕਿਸੇ ਪਲਾਟ ਦਾ ਜਾਂ ਕਿਸੇ ਟੈਂਡਰ ਦਾ ਕਿਹਾ ਜੀ ਤभी बच्ची फौरन नून लीग दी हो गई है, पीटीआई तो नवाकफ ही हो गई है। चलें, ये तो दिलों की बात है, जबरदस्ती के या लालच के सौदे नहीं है, तो वो तो अब उन्होंने भी कह दिया। तो ये मोहब्बत की बात है और मानने की बात है। तो उन्होंने शहबाज साहब के किए हुए काम और मुस्लिम लीग नून की हुई बेहतरी जो है वो आपके सामने बता दी है। तो यही मैं समझता हूँ आपके सवालों का यही जवाब है। मियाँ साहब तो खाना खाना एक्ट्रेस आ कुड़ी हो सकता कल नू डायलॉग बदल ले भाई जो भी कहेगी ये जेडी भी एक्टिंग कर गई है अच्छा कह गई है। हाँ, बहुत अच्छा उन्होंने सिर्फ ये वे कि पार्टी की तारीफ हो गई, भावें झूठ कह गई भावें सच। है भी औरत ही है या इतना को घर की सफाई करते वाल ही ਇਹਦੇ ਪੁੱਠੇ ਸਿੱਧੇ ਹੋਏ ਪਏ। 3 ਵਜੇ ਤੋਂ ਬਾਅਦ ਕੁਕੜੀ ਬਣ ਜਾਂਦੀ। ਤੋਂ ਬਾਅਦ ਕੁਕੜੀ ਬਣਦੀ ਹੈ ਉਹ 4 ਵਜੇ ਤੋਂ ਬਾਅਦ ਕੁੱਤਾ ਬਣ ਜਾਂਦੀ। ਇਹੋ ਜੀ ਕੁਕੜੀ ਮਾਲਕਾਂ ਦਾ ਦਾਣਾ ਖਾ ਕੇ ਨਾ ਤੇ ਆਂਡੇ ਰੂੜੀ ਤੇ ਦੇ ਆਉਂਦੀ। ਕੱਲ ਬੜੀ ਖੁਸ਼ ਫਿਰਨ ਡਈ। ਮੈਂ ਕੀ ਹੋਇਆ, ਕਹਿੰਦੀ ਮੈਨੂੰ ਰੂੜੀ ਤੋਂ ਸਹੀ ਜੂਸ ਲੱਭਾ। ਆ ਵੇ ਕਿੰਨੀਆਂ ਮੈਨੂੰ ਗੱਲਾਂ ਕਰਨ ਡਈ। ਤੇਰੇ ਵਰਗਾ ਕੁੱਤਾ ਨਾ ਪਿਛਲੀ ਗਲੀ ਚ ਇੱਟ ਖਾ ਕੇ ਤੇ ਆਪਣੇ ਬੂਹੇ ਅੱਗੇ ਆ ਕੇ ਭੌਂਕਦਾ ਹੁੰਦਾ। ਐ ਮਾਈ ਨੇ ਜੁੱਤੀ ਕਿੱਡੀ ਨਵੀਂ ਪਾਈ ਹੈ, ਹਾਲੇ ਪੈਰ ਧੋਤੇ ਨਹੀਂ ਉਹਨਾਂ ਨੇ। ਚੱਲ ਤੂੰ ਕਿਹੜਾ ਧੋ ਕੇ ਪੀਣੇ ਦਫਾ ਕਰ।
ਹਮਦ ਰੰਗੀਲਾ ਨਹੀਂ ਮੋਟਰਸਾਈਕਲ ਤੇ ਪੁੱਠਾ ਮੂੰਹ ਕਰਕੇ ਬੈਠਾ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਕਹਿੰਦਾ ਤੈਨੂੰ ਕੀ ਪਤਾ ਮੈਂ ਇੱਧਰ ਨੂੰ ਜਾਣਾ ਕਿ ਇੱਧਰ ਨੂੰ ਜਾਣਾ ਮੈਂ ਮੋਟਰਸਾਈਕਲ ਤੇ ਪੁੱਠਾ ਮੂੰਹ ਕਰਕੇ ਬੈਠਾ ਇਹਨੇ ਮੈਨੂੰ ਪੁੱਛਿਆ ਕਿੱਧਰ ਨੂੰ ਜਾਣਾ ਮੈਂ ਕਿਹਾ ਮੈਨੂੰ ਇੱਧਰ ਨੂੰ ਜਾਣਾ ਪਤਲਾ ਵੀ ਮੋਟਰਸਾਈਕਲ ਤੇ ਬੈਠਾ ਸੀ ਫਿਰ ਰੋਡ ਤੇ ਲੋਕ ਦੇਖ ਕੇ ਕਹਿੰਦੇ ਸੀ ਇਹ ਚਿੜੀ ਮੋਟਰਸਾਈਕਲ ਕਿਵੇਂ ਚਲਾਉਣ ਦੀ ਪਤਲਾ ਮੋਟਰਸਾਈਕਲ ਤੇ ਬੈਠਾ ਸੀ ਇਹਨੇ ਕਿੱਕ ਮਾਰੀ ਮੋਟਰਸਾਈਕਲ ਉੱਥੇ ਹੀ ਖਲੋਤੀ ਰਹੀ ਆ ਅਮਰੀਕਾ ਤੋਂ ਜਾ ਕੇ ਲੱਭਿਆ ਇਹ ਸਾਰੇ ਭਰਾ ਮਾੜੇ ਮਾੜੇ ਹੀ ਨੇ ਜਿਹੜਾ ਮੁੰਡਾ ਇਹਨਾਂ ਦੇ ਖਾਨਦਾਨ ਦੇ ਮੋਟਰਸਾਈਕਲ ਵੱਡੇ ਸਟੈਂਡ ਤੇ ਲਾਏ ਨਾ ਉਹਨੂੰ ਟਾਰਜ਼ਨ ਕਹਿੰਦੇ ਨੇ ਇਹ ਜਿਹੜੀ ਵਿਚਲੇ ਨੇ ਸੈਂਟਰ ਵਾਲੀ ਇੱਕ ਸਮੈਲੀ ਆਹੋ ਆਹੋ ਇਹ ਦੋ ਪਾਥੀਆਂ ਦੇ ਵਿੱਚ ਅੰਡਾ ਰੱਖ ਕੇ ਤੇ ਖਾ ਰਹੀ ਮੈਂ ਕਿ ਇਹ ਕੀ ਕਹਿੰਦੇ ਮੈਂ ਜ਼ਿੰਗਰ 버ਗਰ ਖਾ ਰਹੀ ਪਤਲੇ ਦਾ ਕੋਈ ਰਿਸ਼ਤੇਦਾਰ ਫੌਤ ਹੋ ਗਿਆ ਇਹ ਜਨਾਜ਼ੇ ਨਾਲ ਗਿਆ ਤੇ ਉਹਨਾਂ ਨੇ ਜਦੋਂ ਦਫਨਾਤਾ ਨਾ ਬੰਦੇ ਨੂੰ ਤੇ ਸਾਈਡ ਤੇ ਸੋਟੀ ਲਾਤੀ ਇਹਨੇ ਉੱਤੇ ਪੀਪਲ ਪਾਰਟੀ ਦਾ ਝੰਡਾ ਲਾਤਾ ਨੀਲਾ ਵੀ ਆਪਣੇ ਇੱਕ ਦੋਸਤ ਦੇ ਨਾ ਚਲਿਸਮੇ ਤੇ ਗਿਆ ਸਾਰੇ ਫਰੂਟ ਲੈ ਕੇ ਆਉਂਦੇ 3 ਪਾਉਂਡ ਦਾ ਕੇਕ ਲੈ ਗਿਆ ਸਮੈਲੀ ਔਰਤ ਨਹੀਂ ਆਹੋ ਇਹਨੇ ਜੰਗਲ ਦੇ ਵਿੱਚੋਂ ਬਾਂਦਰਾਂ ਕੋਲੋਂ ਛਿੱਤਰ ਖਾਦੇ ਕਿਉਂ ਉਹਨਾਂ ਨੂੰ ਕਹਿੰਦੀ ਮੈਂ ਟਾਰਜ਼ਨ ਦੀ ਮੰਗੇਤਰ ਹੋ ਸਕਦਾ ਬਾਂਦਰ ਆਪ ਦੇ ਸੰਡੇ ਆ ਆਂਟੀ ਨੂੰ ਮੈਂ ਪੁੱਛਿਆ ਤੂੰ ਵਿਆਹਾਂ ਤੇ ਜਾਂਦੀ ਰਹਿਨੀ ਏ ਇਹ ਦੱਸ ਵੀ ਲਾੜੇ ਦੀ ਜੁੱਤੀ ਕਿਉਂ ਛਪਾਉਂਦੇ ਨੇ ਕਹਿੰਦੇ ਉਹਨੂੰ ਕਹਿੰਦੇ ਨੇ ਅਜੇ ਵੀ ਵੇਲਾ ਹੀ ਦੌੜ ਜਾ ਵੇ ਕਿੰਨੀਆਂ ਗੱਲਾਂ ਕਰਨਾ ਤੇਰੇ ਵਰਗਾ ਡੱਡੂ ਨਾ ਛੱਪੜ ਤੋਂ ਬਾਹਰ ਬਹਿ ਕੇ ਸੋਚਣ ਡਿਆ ਹੁੰਦਾ ਛਾਲ ਤੇ ਮੈਂ ਮਾਰ ਦਿਆਂ ਪਰ ਡੋਬ ਹੀ ਨਾ ਜਾਵਾਂ ਆਪਣੇ ਖਾਨਦਾਨ 'ਚ ਗਟਰ ਦੇ ਵਿੱਚ ਰਸੇ ਨਾ ਉਤਰਦੀ ਸੀ ਇੱਕ ਦਿਨ ਗਟਰ 'ਚ ਸ਼ੌਕ ਨਾਲ ਉਤਰੀ ਸੀ ਅੱਛਾ ਸ਼ਰੀਕਾਂ ਨੇ ਪਿੱਛੋਂ ਪਾਣੀ ਛੱਡ ਦਿੱਤਾ ਉਹ ਫਿਰ ਜਾ ਕੇ ਮਨਾਵਾਂ ਤੋਂ ਲੱਭੀ ਵਿੱਚ ਔਰ ਬਾਲਟੀਆਂ ਭਰ ਭਰ ਇੰਜ ਫੜਾਉਂਦਾ ਜਿਵੇਂ ਰੋਹ ਕੱਢ ਰਹੇ ਆ पतला जेड़े जहाज ਦੇ ਵਿੱਚ बैठ गया उन्होंने अनाउंसमेंट की थी नाजरीन अब थोड़ी देर बाद हम 40,000 फुट की बुलंदी पर उड़ेंगे बेचारा घबरा गया एयर होस्टेस ने बुला के कहना इधर आओ भावें ਇਹਦੇ ਨਾਲ ਵੀ ਉੱਚੀ ਲੈ ਜਾ ਪਰ ਰੌਲਾ ਨਾ ਪਾਓ ਪਤਲਾ ਨਹੀਂ ਪਤਲਾ ਮੈਂ ਕਿਹਾ ਐਡੇ ਵੱਡੇ ਬੂਟ ਚ ਪਾਉਣਾ ਕਹਿੰਦਾ ਤੇਰੀ ਭਾਬੀ ਪਹਿਲੇ ਪਿੰਨੀਆਂ ਤੋਂ ਮਾਰਨੇ ਸ਼ੁਰੂ ਹੁੰਦੀ ਚਾਚਾ ਵੀ ਨਾ ਇੱਕ ਦਿਨ ਹੈਲਮਟ ਪਾ ਕੇ ਫਿਰ ਰਿਹਾ ਸੀ ਮੈਂ ਕਿਹਾ ਚਾਚਾ ਤੇਰੇ ਕੋਲ ਮੋਟਰਸਾਈਕਲ ਹੈ ਕਹਿੰਦਾ ਮੋਟਰਸਾਈਕਲ ਦੀ ਵਜ੍ਹਾ ਨਾਲ ਨਹੀਂ ਪਾਇਆ ਤੇਰੀ ਚਾਚੀ ਸਿਰ 'ਚ ਛਿੱਤਰ ਮਾਰਦੀ ਤਾਂ ਪਾਇਆ ਮੇਰੀ ਸੱਸ ਵੀ ਮਹੱਲੇ ਦੇ ਵਿੱਚ ਹੈਲਮਟ ਪਾ ਕੇ ਫਿਰਦੀ ਹੈਲਮਟ ਹੀ ਪਾਉਣਾ ਇਹ ਕਿਹੜਾ ਰੀਮਾ ਹੈਗੀ ਤੇਰੀ ਸੱਸ ਦਾ ਥੋੜਾ ਜਿਹਾ ਮੂੰਹ ਵਿੰਗਾ ਏ ਹਾਂਜੀ ਇਹ ਚਾਹ ਇਧਰਲੇ ਨੂੰ ਕਹਿੰਦੀ ਲੈ ਇਧਰਲਾ ਆਉਂਦਾ ਇਹ ਵਿਚਕਾਰਲੀ ਆਂਟੀ ਨਹੀਂ ਹੈਗੀ ਇੱਕ ਸਮੈਲੀ ਜੀ ਆਹੋ ਐ ਇਹ ਵੀ ਨਾ ਇੱਕ ਦਿਨ ਹੈਲਮਟ ਪਾ ਕੇ ਫਿਰ ਰਹੀ ਸੀ ਮੈਂ ਕਿਹਾ ਆਂਟੀ ਤੇਰੇ ਕੋਲ ਮੋਟਰਸਾਈਕਲ ਹੈ ਕਹਿੰਦੀ ਨਹੀਂ ਚੁੱਪ ਕਰ ਮਹੱਲੇ ਦੀ ਕਮੇਟੀਆਂ ਖਾਦੀਆਂ ਨੇ ਮੂੰਹ ਲਗਾ ਕੇ ਫਿਰ ਰਹੀਆਂ ਐ ਆਂਟੀ ਨਹੀਂ ਇਹਦੇ ਮਹੱਲੇ ਦੇ ਵਿੱਚ ਇੱਕ ਬਾਦਸ਼ਾਹ ਸੀ ਉਹਨੇ ਕਿਹਾ ਜਦੋਂ ਮੈਂ ਮਰਾਂਗਾ ਨਾ ਮੇਰਾ ਸ਼ਾਹੀ ਕਬੂਤਰ ਉਡਾ ਦੇਣਾ ਜਿਹਦੇ ਸਿਰ ਤੇ ਬੈਠੇਗਾ ਨਾ ਉਹੀ ਬਾਦਸ਼ਾਹ ਹੈ ਇਹ ਸਵੇਰੇ ਨਾ ਸਿਰ ਤੇ ਬਾਜਰਾ ਰੱਖ ਕੇ ਕਰ ਰਹੀ ਏ ਆ ਦੋ ਤਿੰਨ ਕਬੂਤਰ ਆਏ ਨੇ ਇਹਦੇ ਕੋਲ ਅੱਛਾ ਨੱਕ ਫੜ ਕੇ ਵਾਪਸ ਚਲੇ ਗਏ ਬੜਾ ਕਾਰੀਗਰ ਬੱਚਾ ਹੀ ਗੱਡੀ ਥੱਲੇ ਕੁੱਤਾ ਸੁੱਤਾ ਵੀ ਸੁੱਤਾ ਰਹਿਣ ਦੇ ਕੁੱਤਾ ਬਾਹਰ ਖਿੱਚ ਕੇ ਕਹਿਣ ਡਿਆ ਬਾਹਰ ਨਿਕਲੇ ਐਡਾ ਤੂੰ ਮਕੈਨਿਕ ਆ ਭਾਈ ਤਾਹਰ ਵੀ ਇੱਕ ਜਗ੍ਹਾ ਤੇ ਪੀਰ ਬਣ ਗਏ ਤੇ ਇਹਨਾਂ ਦਾ ਇੱਕ ਮੁਰੀਦ ਬਹੁਤ ਹੀ ਮੋਟਾ ਹੈ ਤੇ ਇੱਕ ਮੁਰੀਦ ਆਣ ਕੇ ਕਹਿੰਦਾ ਬਾਬਾ ਜੀ ਤੁਸੀਂ ਕਮਜ਼ੋਰ ਹੋ ਮੁਰੀਦ ਤੁਹਾਡਾ ਐਡਾ ਮੋਟਾ ਹੈ ਕਹਿੰਦਾ ਬੱਚੇ ਮੈਂ ਤਵੀਤ ਧਾਗਾ ਕਰਨਾ ਸਦਕੇ ਇਹ ਹੀ ਖਾਂਦਾ ਇਹ ਤਾਂ ਤੁਹਾਨੂੰ ਪਤਾ ਹੈ ਵਾਜੇ ਵਾਲਾ ਠੀਕ ਹੈ ਨਾ ਇਹ ਵੀ ਪੀਰ ਬਣ ਗਿਆ ਇੱਕ ਮਰੀਦ ਬੱਚਾ ਲੈ ਕੇ ਆਇਆ ਉਹ ਕਹਿੰਦਾ ਬਾਬਾ ਜੀ ਮੇਰਾ ਬੱਚਾ ਬਹੁਤ ਬਿਮਾਰ ਹੈ ਇਹਨੂੰ ਫੂਕ ਮਾਰ ਦਿਓ ਕਹਿੰਦਾ ਪੁੱਤਰ ਜੇ ਸਾਡੇ ਕੋਲ ਫੂਕ ਮਰਵਾਣੀ ਹੈ ਤੇ ਬੱਚਾ ਪਿੱਤਲ ਦਾ ਲੈ ਕੇ ਆ ਭਾਈ ਤਾਹਰ ਨਾ ਗੱਡੀਆਂ ਦੇ ਵਿੱਚ ਪਹਿਲਾਂ ਮੱਛੀਆਂ ਗੋਲੀਆਂ ਵੇਚਦੇ ਰਹੇ ਤੇ ਇੱਕ ਬੱਸ ਤੇ ਚੜੇ ਤੇ ਉਤਰ ਆਏ ਉਸੇ ਵੇਲੇ ਕਹਿੰਦੇ ਮਿਹਰਬਾਨ ਕਦਰਦਾਨ ਅੱਗੇ ਵੇਖਿਆ ਤੇ ਸਿਰਫ ਡਰਾਈਵਰ ਸਹੀ ਕਹਿ ਰਿਹਾ ਮੈਂ ਵੇਖਿਆ ਤੇ ਸਿਰਫ ਡਰਾਈਵਰ ਸਵਾਰੀ ਹੈ ਹੀ ਕੋਈ ਨਹੀਂ ਸੀ ਸਿਰਫ ਛੱਤ ਤੇ ਵਾਜੇ ਵਾਲੇ ਬੈਠੇ ਸੀ ਇਹ ਖਾਲਾ ਨਹੀਂ ਕਸਮੈਲੀ ਇਹ ਵੀ ਆਪਣੇ ਇਲਾਕੇ 'ਚ ਪੀਰ ਬਣ ਗਈ ਹੱਥ ਪੈਰ ਤੇ ਇਹਦੇ ਕਾਲੇ ਨੇ ਬਿਲਕੁਲ ਇਹਨੇ ਲੰਗਰ ਪਕਾਇਆ ਤੇ ਮੁਰੀਦ ਨੇ ਐਲਾਨ ਕੀਤਾ ਹਜ਼ਰਾਤ ਜਿੰਨੇ ਲੰਗਰ ਕਰਨਾ ਆ ਜਾਓ ਨਹੀਂ ਤੇ ਬਾਬਾ ਜੀ ਨੇ ਲੰਗਰ ਨੂੰ ਹੱਥ ਲਾ ਦੇਣਾ ਜੇ ਹਾਂ ਮਦਰੀ ਗੀਲਾ ਨਹੀਂ ਇਹ ਵੀ ਜਦੋਂ ਪੀਰ ਬਣੇ ਨੇ ਸਾਰੀ ਰਾਤ ਮੰਤਰ ਪੜ੍ਹ ਕੇ ਤੇ ਮੌਕਲ ਬਣਾਏ ਹੋਰ ਚਪੇੜਾ ਮਾਰ ਕੇ ਗਿਆ ਕਹਿੰਦਾ ਸਾਲਿਆ ਠੰਡ ਵੇਖ ਮਹੀਨਾ ਹੋਰ ਕੱਢ ਲੈਂਦਾ ਆ ਭਾਈ ਤਾਹਰ ਨੇ ਫੁੱਲ ਗਰਮੀ 'ਚ ਰੋਜ਼ਾ ਰੱਖ ਲਿਆ ਓਏ 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 ਮਸੀਤੇ ਚਲਾ ਗਿਆ ਤੇ ਉਹਨਾਂ ਨੇ ਕਿਹਾ ਚੱਲ ਐਲਾਨ ਕਰ ਰੋਜ਼ੇ ਨੇ ਇਹਨੂੰ ਬੜਾ ਸਤਾਇਆ ਕਹਿੰਦਾ ਹਜ਼ਰਾਤ ਓਏ ਮੈਂ ਮਰ ਗਿਆ ਜੀ ਅਮਦ ਬੜਾ ਤੇਜ਼ ਬੰਦਾ ਹੀ ਅਮਦ ਗੀਲਾ
ਹਾਂ ਜਦੋਂ ਇਹਦੇ ਕਾਰੋਬਾਰੀ ਹਾਲਾਤ ਮਾੜੇ ਹੋਣ ਨਾ ਤੇ ਘਰ ਐਵੇਂ ਜਾ ਕੇ ਬੱਚੇ ਨੂੰ ਕਹਿ ਦੇਗਾ ਕੱਲ ਤੋਂ ਰੋਦੇ ਸ਼ੁਰੂ ਹੋ ਰਹੇ ਇਹ ਮਾਸੀ ਨੂੰ ਵੀ ਇਹਦੇ ਪੁੱਤਰ ਨੇ ਕਿਹਾ ਅੰਮੀ ਰੋਦੇ ਆ ਗਏ ਕਹਿੰਦੀ ਦਰਵਾਜ਼ਾ ਬੰਦ ਕਰ ਦੇ ਬੇਟੇ ਅੰਦਰ ਹੀ ਨਾ ਆ ਜਾ ਇਹ ਹਾਮਦ ਰੰਗੀਲੇ ਨੂੰ ਨਾ ਕਿਸੇ ਬੰਦੇ ਨੇ ਕਿਹਾ ਤੂੰ ਰੋਜ਼ੇ ਰੱਖਣਾ ਹੈ? ਕਹਿੰਦਾ ਮੇਰਾ 5 ਮਰਲੇ ਦਾ ਮਕਾਨ ਹੈ ਹੁਣ ਮੈਂ ਬੱਚੇ ਰੱਖਾਂ ਕਿ ਰੋਜ਼ੇ ਰੱਖਾਂ वेलकम बैक नाज़रीन, बातचीत के सिलसिले को आगे बढ़ाते हैं। नसीर साहब, ज़ाती दिलचस्पी किस चीज़ में है? म्यूजिक में, स्पोर्ट्स में या लिटरेचर में? तीनों में जी। तीनों में? आज वक्त पे है, स्पोर्ट्स भी करते हैं, म्यूजिक तो ऑब्वियसली होगा और लिटरेचर भी कभी कभी अगर मौका मिल जाए थोड़ा बहुत बस। स्पोर्ट्स में क्या पसंद है? बैडमिंटन खेलता हूँ जी, स्विमिंग थोड़ी बहुत अच्छा कर लेता हूँ, वो भी अच्छी है। ਕ੍ਰਿਕਟ ਵੱਲ ਨਹੀਂ ਜਾਣਗੇ ਮੀਆਂ ਸਾਹਿਬ, ਸਪੋਰਟਸਮੈਨ ਨੇ ਜੋ ਤੁਹਾਡੇ ਨਾਲ ਕਰ ਦਿੱਤੀ ਹੈ ਨਾ, ਤੁਹਾਨੂੰ ਸਾਰੀਆਂ ਸਪੋਰਟਸ ਤੋਂ ਨਫ਼ਰਤ ਹੋ ਜਾਣੀ ਚਾਹੀਦੀ ਹੈ। ਗੁੱਲੀ ਡੰਡੇ ਤੋਂ ਵੀ ਉਹਦਾ ਸਪੋਰਟਸ ਨਾਲ ਕੋਈ ਤਾਲੁਕ ਨਹੀਂ ਹੈਗਾ। ਸਪੋਰਟਸ ਆਪਣੀ ਜਗ੍ਹਾ ਤੇ ਉਹਦੀ ਕਾਰਗਰਦਗੀ ਹੈ ਆਪਣੀ ਜਗ੍ਹਾ ਤੇ। ਜੇ ਨਫ਼ਰਤ ਹੋਈ ਤੇ ਫਿਰ ਮੈਨੂੰ ਨਹੀਂ ਹੋਣੀ, ਪੂਰੀ 22 ਕਰੋੜ ਆਵਾਮ ਨੂੰ ਹੀ ਨਫ਼ਰਤ ਹੋ ਜਾਣੀ ਹੈ ਜੋ ਉਹਨੇ ਕੀਤਾ ਮੁਲਕ ਦੇ ਨਾਲ। ਇਹ ਤਾਂ ਤੁਸੀਂ ਕਹਿ ਸਕਦੇ ਹੋ, ਅਸੀਂ ਇਹੋ ਜਿਹੀ ਗੱਲ ਕਰਕੇ ਛਿੱਤਰ ਖਾੜੇ। म्यूजिक में किसे सुनते हैं? जो भी अच्छा गा ले जी सारे, ये मतलब अब तो म्यूजिक। ਛੋਟੇ ਮੀਆਂ ਸਾਹਿਬ ਦੇ ਵੀ ਗਲੇ 'ਚ ਗਰਾਰੀਆਂ ਨੇ ਬਹੁਤ। ਐਤਕੀ ਸ਼ਾਦੀ 'ਚ ਵੇਖਿਆ ਨਹੀਂ, ਜਾਤੀ ਉਮਰਾਂ ਦੇ ਵਿੱਚ ਕਰੋੜਾਂ ਦੇ ਫੰਕਸ਼ਨ ਕੀਤੇ, ਟਕੇ ਦਾ ਗੁਲੂਕਾਰ ਨੇ ਬੁਲਾਇਆ। आप ही सारे गाते बड़ा रहे, अच्छा गा लेते हैं जी, अच्छी बात है ना, मतलब लीडर को थोड़ा थोड़ा गुनगुना लेना चाहिए कि आप ही गाते रहे ने ते आप ही दादा दिंदे रहे ने, लेकिन बड़े सियाने ने नजरां इंज नहीं दित्तियां, इंज दित्तियां ने। अच्छा नसीर साहब, हमने अभी हालिया शादी में देखा हमजा शहबाज साहब भी बड़ा अच्छा गा रहे थे, मरियम साहिबा भी बहुत अच्छा गा रही थी, जुनैद सफदर को तो हमने उनके निकाह पे भी सुन लिया था। सबसे अच्छा गाना किसका लगा आपको? ਇਹਨਾਂ ਨੂੰ ਉਹ ਲੱਗਿਆ, चुरा लिया है तूने जो दिल को, नहीं चुराना सनम, बदल के मेरी तुम जिंदगानी, कहीं बदल ना जाना सनम। मेरे ख्याल में हमजा ने अच्छा गाया, मुझे तो उनके गाए हुए गाने अच्छे लगे। ਮੀਆਂ ਸਾਹਿਬ ਕੈਸੇ ਇਨਸਾਨ ਨੇ, ਸਿਆਸਤ ਇਹਨਾਂ ਨੂੰ ਮਰੀਮ ਬਾਜੀ ਦੀ ਚੰਗੀ ਲੱਗਦੀ, ਗਾਣਾ ਹਮਜ਼ਾ ਭਾਈ ਦਾ ਚੰਗਾ ਲੱਗਦਾ ਯਾਰ। ਤੇ ਤੂੰ ਕੈਸਾ ਇਨਸਾਨ ਹੈ? ਨਾ ਤੇਰਾ ਕਿਸੇ ਨੂੰ ਗਾਣਾ ਅੱਛਾ ਲੱਗਦਾ ਹੈ ਤੇ ਨਾ ਤੇਰੀ ਕਿਸੇ ਨੂੰ ਸਿਆਸਤ ਅੱਛੀ ਲੱਗਦੀ, ਤੇਰਾ ਤੇ ਦੋਰੇ ਫਿੱਟੇ ਨੇ। ਏਡੀ ਸਾਡੀ ਮੀਆਂ ਸਾਹਿਬ ਨੇ ਨਹੀਂ ਸੀ ਕਰਨੀ ਜਿੱਡੀ ਇਹ ਕਰੋੜ ਕੇ ਕਰਨ ਡਈ ਹੈ। ਇਹੋ ਜੀ ਕੁੜੀ ਬੱਚਿਆਂ ਨੂੰ ਸਕੂਲ ਭੇਜੇ ਨਾ, ये 10 रुपए तुम्हारे या 20 तुम्हारे और फिटे मुंह भी ले जाओ। ਇਹ ਜਦੋਂ ਘਰੋਂ ਆਉਂਦੀ ਹੈ ਨਾ ਰਿਕਾਰਡਿੰਗ ਤੇ, ਘਰ ਬੱਚੇ ਨੂੰ ਕਹਿੰਦੇ ਬੇਟਾ ਉਹ ਮੇਰਾ ਦੁਰਫਿਟੇ ਮੂੰਹ ਵਾਲਾ ਬੈਗ ਪੈਕ ਕਰ ਦੇ। ਸ਼ੀਸ਼ੇ ਦੇ ਅੱਗੇ ਖਲੋ ਕੇ ਰੈਸਲ ਵੀ ਕਰਦੀ, ਕਿਤੇ ਬਾਹ ਆਕੜ ਤੇ ਨਹੀਂ ਪਈ, ਫਿਟੇ ਮੂੰਹ। अच्छा नसीर साहब, आप कह रहे हैं आपको हमजा शहबाज साहब का गाना ज्यादा अच्छा लगा, उन्होंने तो 2-3 गाने गाए थे, आपको कौन से वाला गाना ज्यादा अच्छा लगा? तो मुझे सबसे अच्छा उनका ये गाना लगा कि हमें तुमसे प्यार कहते। ਉਹਨਾਂ ਨੇ ਗਲਤੀ ਨਾਲ ਹੀ ਗਾ ਲਿਆ, ਹਾਲਾਂਕਿ ਉਹਨਾਂ ਨੂੰ ਇਹ ਗਾਣਾ ਚਾਹੀਦਾ ਸੀ, ਹਮਾਰਾ ਕਾਰੋਬਾਰ ਕਿਤਨਾ ये तुम नहीं जानते, मगर जी नहीं सकते सियासत के बिना, हमारा कारोबार कितना। नाज़रीन, जैसा कि आपको मालूम है कि हमारे शो में निर्मल के पास हर रोज कुछ दिलचस्प और मजेदार खबरें होती हैं, तो चलते हैं निर्मल के पास और उनसे जानते हैं कि आज उनके पास कौन सी इंटरेस्टिंग न्यूज हैं। जी निर्मल। हीरों की तलाश में अमरीकी शहरी ने शेर की गार में छलांग लगा दी। ਸੇਮ ਹਾਮਦ ਰੰਗੀਲੇ ਵਾਲੀ ਸਟੋਰੀ। ਅੱਛਾ ਜੀ। ਜਦੋਂ ਇਹ ਵਿਚਾਰਾ ਬੇਰੋਜ਼ਗਾਰ ਹੋ ਗਿਆ ਨਾ, ਇਹਨੇ ਲੂੰਬੜ ਵਾਲੇ ਕੱਪੜੇ ਪਾ ਕੇ ਤੇ ਚਿੜੀਆ ਘਰ ਨੌਕਰੀ ਕਰ ਲਈ, ਇੰਜ ਕਰਕੇ ਪਿੰਜਰੇ 'ਚ ਬਹਿ ਕੇ ਲੋਕਾਂ ਨਾਲ ਸ਼ਰਾਰਤਾਂ ਕਰੇ। ਇੱਕ ਦਿਨ ਸ਼ੇਰ ਨੇ ਇਹਦੇ ਪਿੰਜਰੇ ਛਾਲ ਮਾਰ ਦਿੱਤੀ, ਇਹਨੇ ਰੌਲਾ ਪਾਤਾ, ਸ਼ੇਰੀਓ ਸ਼ੇਰੀਓ ਸ਼ੇਰੀਓ। ਸ਼ੇਰ ਨੇ ਤੇ ਮੂੰਹ ਤੇ ਚਪੇੜ ਮਾਰੀ, ਉਹਨੇ ਕਿਹਾ ਚੁੱਪ ਕਰ ਜਾ, ਮੈਨੂੰ ਵੀ ਫੜਵਾਣਾ ਹੀ। ਉਹ ਵੀ ਘੁਟਾੜੀ ਸੀ ਤੇ ਸ਼ੇਰ ਦੇ ਕੱਪੜੇ ਪਾ ਕੇ ਫਿਰਨ ਡਿਆ ਸੀ। ਬਾਕੀ ਦੇ ਸ਼ੇਰ ਤੇ ਕਰਦੇ ਸੀ ਨਾ ਆ, ਉਹ ਭਲਾ ਕੀ ਕਰਦਾ ਸੀ ਆ। ਇਹ ਆਪਣਾ ਹੀ ਦੱਸੋ ਨਾ ਕਿ ਤੁਸੀਂ ਤੇ ਬਾਅਦ ਪਤਾ ਲੱਗਾ ਉਹ ਸ਼ੇਰ ਵਾਜੇ ਵਾਲਾ ਸੀ, ਉਹ ਇਹ ਨਹੀਂ ਕਰਦਾ, ਉਹ ਕਹਿੰਦਾ ਨਹੀਂ ਉਹ ਸ਼ੇਰ ਫੜਿਆ ਨਹੀਂ ਸੀ ਜਾਣਾ, ਨਿੱਕੀ ਜਿਹੀ ਗੱਲ ਤੋਂ ਫੜਿਆ ਗਿਆ। ਉਹ ਕਿਹੜੀ? ਜ਼ੂ ਵਾਲਿਆਂ ਨੇ ਨਾ ਉਹਨੂੰ ਛੋਟਾ ਗੋਸ਼ਤ ਪਾਇਆ, ਕਹਿੰਦਾ ਨਾਲ ਕਰੇਲੇ ਵੀ ਪਾ ਲਿਆਓ। ਕਰੇਲੇ ਪਾਏ ਤੇ ਫਿਰ ਜ਼ਿੱਦ ਕਰ ਲਈ,
ਜੀ ਉਹਦੇ ਧਨੀਏ ਦਾ ਵੀ ਛੱਟਾ ਲਾਓ। ਇਹ ਭਾਈ ਤਾਹਰ ਦਾ ਖੋਤਾ ਗਵਾਚ ਗਿਆ। ਉਹ ਕਿੱਥੇ ਗਵਾਚ ਗਿਆ, ਮੇਰੇ ਨਾਲ ਹੀ ਤੇ ਬੈਠਾ ਯਾਰ। ਭਾਈ ਤਾਹਰ ਦਾ ਖੋਤਾ ਗਵਾਚ ਗਿਆ, ਚਿੜੀਆ ਘਰ ਗਿਆ ਤੇ ਉੱਥੇ ਜ਼ੈਬਰਾ ਫਿਰ ਰਿਹਾ, ਉਹਨੂੰ ਠੁੱਡ ਮਾਰ ਕੇ ਕਹਿ ਰਿਹਾ ਉਹ ਮੇਰੇ ਸਾਹਮਣੇ ਟਰੈਕ ਸੂਟ ਪਾ ਕੇ ਫਿਰ ਰਿਹਾ। ਇਹ ਹਾਮਦ ਰੰਗੀਲੇ ਨੇ ਨਾ ਬਾਂਦਰ ਦੇ ਪਿੰਜਰੇ 'ਚ ਛਲਾਂਗ ਮਾਰ ਦਿੱਤੀ ਸੀ। ਹੀਰਿਆਂ ਵਾਸਤੇ ਨਹੀਂ, ਫੁੱਲਿਆਂ ਵਾਸਤੇ। ਤੇ ਢਾੜੀ ਹੈ ਨਾ ਤੇ ਬਾਂਦਰ ਕੋਲੋਂ ਵੀ ਛਿੱਤਰ ਖਾਦੇ। ਉਹਨੂੰ ਕਹਿਣ ਡਿਆ ਇਹ ਫੁੱਲੇ ਗਰਮ ਕਰਾ ਕੇ ਲਿਆ। ਬਾਂਦਰ ਨੂੰ ਕਹਿਣ ਡਿਆ ਇੱਕ ਪਲੇਟ 'ਚ ਮੈਨੂੰ ਲੂਣੇ ਮਿੱਠੇ ਪਾ ਦੇ। ਬਾਂਦਰ ਨੇ ਦੇ ਵੀ ਦਿੱਤੇ, ਫੇਰ ਵੀ ਕਹਿਣ ਡਿਆ ਸੀ ਮੇਰੇ ਭਰਾ ਦਾ ਇਹ ਭਾਈ ਤਾਹਰ ਨੂੰ ਵੀ ਊਂਠ ਨੇ ਠੁੱਡ ਮਾਰਿਆ ਜੀ। ਕਿਉਂ? ਉਹਦੇ ਕੰਨ 'ਚ ਕਹਿੰਦਾ ਬੋਲੜੀ ਓਏ। ਹਾਮਦ ਰੰਗੀਲੇ ਨੂੰ ਹਾਥੀ ਨੇ ਕੁੱਟੇ। ਉਹ ਕਿਉਂ? ਉਹ ਗੰਨੇ ਚੂਪ ਰਿਹਾ, ਕਹਿੰਦਾ ਚੂਪ ਚੂਪ ਅਖੀਰ ਤੈਨੂੰ ਸ਼ੂਗਰ ਹੀ ਹੋਣੀ। ਇਹਨੂੰ ਤਾਂ ਕੁਝ ਵੀ ਨਹੀਂ, ਬੱਬਰ ਸ਼ੇਰ ਨੇ ਇਹਨੂੰ ਪਿੰਜਰੇ 'ਚ ਖਿੱਚ ਕੇ ਚਪੇੜਾ ਮਾਰੀਆਂ। ਉਹ ਕਿਉਂ? ਉਹ ਵਿਚਾਰਾ ਫਿਰਨ ਡਿਆ ਤੇ ਕਹਿੰਦਾ ਇਲੈਕਸ਼ਨ ਆ ਰਿਹਾ ਨਾ, ਪਰੇਸ਼ਾਨ ਹੈ। ਸਮੈਲੀ ਔਰਤ ਨਹੀਂ, ਇਹਨੂੰ ਬਾਂਦਰ ਨੇ ਚਪੇੜਾ ਮਾਰੀਆਂ। ਬਾਂਦਰ ਗਾਜਰਾਂ ਖਾਣ ਡਿਆ, ਕਹਿੰਦਾ ਨਾਲ ਦੁੱਧ ਵੀ ਪੀ ਲਾ, ਗਜਰੇਲਾ ਪੂਰਾ ਬਣ जाएगा। नेक्स्ट, भारतीय शादी हॉल में आग लगने के बावजूद लोगों के खाना खाने की वीडियो वायरल। ਸੇਮ ਚਾਚੇ ਵਾਲੀ ਸਟੋਰੀ। ਚਾਚੇ ਦੇ ਵਿਆਹ ਤੇ ਵੀ ਅੱਗ ਲੱਗ ਗਈ। ਚਾਚਾ ਕਹਿੰਦਾ ਅੱਗ ਬੁਝਾਓ, ਪ੍ਰਾਹੁਣੇ ਕਹਿੰਦੇ ਅੱਗ ਨੂੰ ਦਫਾ ਮਾਰੋ, ਖਾਣਾ ਖਾਓ ਤੇ ਨਿਕਲੋ ਇੱਥੋਂ। ਕਿਉਂਕਿ ਇਹੋ ਜਿਹਾ ਬੰਦਾ ਬਾਅਦ ਚ ਕਹਿ ਦਿੰਦਾ ਸਾਰਾ ਸਾਲਨ ਸੜ ਗਏ। ਮੇਰੀ ਸੱਸ ਵੀ ਉੱਥੇ ਰੋਟੀ ਖਾਣ ਡਈ ਸੀ, ਮੱਛੀ ਖਾਵੇ ਕਵੀ, ਅੱਜ ਤੇ ਮੱਛੀ ਨੇ ਅੱਗ ਲਾਤੀ ਹੈ ਤੇ ਪਿੱਛੋਂ ਕਮੀਜ਼ ਸੜਨ ਡਈ। ਚਾਚੇ ਦੇ ਵਿਆਹ ਤੇ ਜਦੋਂ ਅੱਗ ਲੱਗੀ ਹੈ ਸਾਰੇ ਮਹਿਮਾਨ ਰੋਟੀ ਤੇ ਖਾ ਰਹੇ ਸਨ, ਲੇਕਿਨ ਕਿਵੇਂ ਖਾ ਰਹੇ ਸਨ? मटन का बहुत मजा आ रहा है। हाय स्वाद तो बहुत अच्छे ने आए। ओहो बिरयानी का तो बहुत मजा आ रहा है। सारे मेहमान भुज सड़ गए, लेकिन चाचे दा विआह नहीं जे मुक्का। ਚਾਚੇ ਦੇ ਵਿਆਹ ਤੇ ਬੜਾ ਸ਼ੁਗਰ ਲੱਗਿਆ। ਜਦੋਂ ਲੋਕਾਂ ਨੂੰ ਅੱਗ ਲੱਗ ਗਈ ਨਾ ਤੇ ਗੇਟ ਤੇ ਇੱਕ ਬੰਦਾ ਪੀਲੀ ਦਵਾਈ ਲੈ ਕੇ ਖਲੋਤਾ ਸੀ, ਕਹਿੰਦਾ ਖਾਂਦੇ ਜਾ ਤੇ ਲਵਾਉਂਦੇ ਜਾਓ, ਖਾਂਦੇ ਜਾ ਤੇ ਉਹ ਚਾਚੇ ਦੇ ਇੱਕ ਕਜ਼ਨ ਨੂੰ ਅੱਗ ਲੱਗ ਗਈ ਉਸੇ ਵਿਆਹ ਤੇ। ਚੰਗੀ ਭਲੀ ਅੱਗ ਬੁਝ ਗਈ, ਇਹਨੇ ਫੂਕਾ ਮਾਰ ਮਾਰ ਕੇ ਫੇਰ ਬਾਲਤੀ। ਸਭ ਤੋਂ ਜ਼ਿਆਦਾ ਸ਼ੁਗਲ ਚਾਚੀ ਦਾ ਲੱਗਿਆ ਵਲੀਮੇ ਤੇ। ਉਹ ਕਿਵੇਂ? ਲੋਕਾਂ ਨੇ ਕਿਹਾ ਭੈਣਾ ਤੂੰ ਉਪਟਨ ਵਲੀਮੇ ਤੇ ਲਾ ਲਿਆ, ਇਹ ਤੇ ਪਹਿਲੇ ਲਾਈਦਾ। ਚਾਚੀ ਨੇ ਕਿਹਾ ਇਹ ਉਪਟਨ ਨਹੀਂ, ਇਹ ਸਾੜ ਵਾਲੀ ਪੀਲੀ ਦਵਾਈ ਹੈ, ਲਾਂਤੀ ਨੇ ਮੈਨੂੰ ਸਾੜ ਹੀ ਸੁੱਟਿਆ। ਉੱਤੋਂ ਚਾਚੀ ਨੇ ਗਾਣਾ ਗਾਇਆ, ਸਾੜੇ ਤੇ ਗਏ ਆ ਪਰ ਚਾਸੇ ਬੜੀ ਆਈ, ਸਾੜੇ ਤੇ ਗਏ ਆ ਪਰ ਚਾਸੇ ਬੜੀ ਆਈ। ਉਹ ਬੇੜਾ ਗਰਕ ਹੋਵੇ ਉਹਦਾ ਜਿੰਨੇ ਅੱਗ ਲਾਈ, ਸਾੜੇ ਤੇ ਗਏ ਆ ਪਰ ਚਾਸੇ ਬੜੀ ਆਈ। ਸ਼ਰੀਕਾਂ ਨੂੰ ਮੇਰੀ ਖੁਸ਼ੀ ਰਾਸ ਨਾ ਆਈ, ਸਾੜੇ ਤੇ ਗਏ ਆ ਪਰ ਚਾਸੇ ਬੜੀ ਆਈ। ਚਾਚਾ ਖੜਾ ਹੋ ਕੇ ਕਹਿਣ ਲੱਗਿਆ 100 ਮੈਨੂੰ ਦਿਓ ਅੱਗ ਮੈਂ ਬੁਝਾਈ, ਸਾੜੇ ਤੇ ਗਏ ਆ ਪਰ ਚਾਸ ਬੜੀ ਆਈ, ਸਾੜੇ ਤੇ ਗਏ ਆ ਪਰ ਚਾਸ ਬੜੀ ਆਈ। ਅੱਛਾ ਪੂਰੇ ਸ਼ਾਦੀ ਹਾਲ ਨੂੰ ਅੱਗ ਲੱਗ ਗਈ, ਫਰਨੀਚਰ ਸੜ ਗਏ ਆ। ਚਾਚਾ ਛੋਟਾ ਚਿਮਟਾ ਲੈ ਕੇ ਨਾ ਤੇ ਹੁੱਕੇ ਦੀ ਟੋਪੀ ਚ ਪਾ ਰਹੇ। ਵੈਸੇ ਆਪੋ ਦੀ ਗੱਲ ਹੈ, ਚਾਚਾ ਬੜਾ ਭਨੂਸ ਬੰਦਾ ਹੀ। ਕਿਵੇਂ? ਉਹਨਾਂ ਦਾ ਸਾਰਾ ਹਾਲ ਸੜ ਗਿਆ ਤੇ ਉਸੇ ਸਵਾਦ ਵਿੱਚ ਨਾ ਛਲੀਆਂ ਦਬ ਕੇ ਤੇ ਬੈਠਾ। ਇਹ ਛੱਲੀ ਉੱਥੋਂ ਹੀ ਤੇ ਨਿਕਲੀ ਆ ਜਿਹੜੀ ਪੀਲੀ ਦਵਾਈ ਲਾ ਰਹੇ ਸਨ ਨਾ, ਉਹ ਮੇਰੀ ਸੱਸ ਨੂੰ ਵੀ ਉਹਨਾਂ ਨੇ ਲਾਈ। ਕਹਿੰਦੀ ਥੋੜੀ ਜਿਹੀ ਗਲਾਸ ਚ ਪਾ ਦਿਓ, ਮੈਂ ਅੰਦਰੋਂ ਵੀ ਸੜ ਗਈ। ਉਹਨਾਂ ਨੇ ਕਿਹਾ ਪੀਣੀ ਕਿਉਂ ਵੇ? ਕਹਿੰਦੀ ਅੰਦਰੂਨੀ ਜਲਨ ਕੇ ਲਈ। ਅੱਛਾ ਇਹ ਤਾਂ ਕੁਛ ਵੀ ਨਹੀਂ। ਚਾਚੇ ਦੇ ਵਿਆਹ ਤੇ ਜਦੋਂ ਅੱਗ ਲੱਗੀ ਹੈ ਨਾ, ਮੱਲੇ ਵਾਲਿਆਂ ਨੇ ਅਫਸੋਸ ਨਹੀਂ ਕੀਤਾ। ਆਹੋ ਕਹਿੰਦੇ ਚੰਗਾ ਹੋਇਆ, ਇਹਨਾਂ ਨੂੰ ਵਿਆਹ ਦੀ ਬੜੀ ਅੱਗ ਲੱਗੀ। ਅੱਛਾ ਜਦੋਂ ਭੰਬ ਫੁੱਲ ਮੱਚ ਗਏ ਨਾ, ਇਹਨੇ ਸਭ ਤੋਂ ਪਹਿਲੇ ਉਹ ਹਾਲ ਦਾ ਜਿਹੜਾ ਮੈਨੇਜਰ ਨਹੀਂ ਹੁੰਦਾ, ਉਹਨੂੰ ਅੱਗ 'ਚ ਧੱਕਾ ਦਿੱਤਾ। ਭਲਾ ਕਿਉਂ? ਉਹਦੇ ਕੋਲ ਸਾਰਾ ਹਿਸਾਬ ਕਿਤਾਬ। ਮੁੜ ਕੇ ਅੱਗ ਬੁਝ ਗਈ। ਫਿਰ ਚਾਚੇ ਦੇ ਸਲਾਮੀਆਂ ਤੇ ਬੜਾ ਸ਼ੁਗਰ ਲੱਗਾ। ਚਾਚੇ ਦਾ ਇੱਕ ਸਿਆਣਾ ਬਜ਼ੁਰਗ ਨਾਲ ਬੈਠਾ, ਜਿਹੜਾ ਬੰਦਾ ਆਵੇ ਕਵੇ ਇਹ ਲਾੜੇ ਦਾ 500 ਰੁਪਇਆ ਤੇ ਇਹ 100 ਰੁਪਇਆ ਬਾਬੇ ਦਾ, ਇਹ 300 ਰੁਪਇਆ ਲਾੜੇ ਦਾ, ਇਹ 100 ਰੁਪਇਆ ਬਾਬੇ ਦਾ। ਇੱਕ ਕੋ ਰਿਸ਼ਤੇਦਾਰ ਬਹੁਤ ਖਿਜਿਆ ਸੀ, ਕਹਿੰਦਾ 50 ਰੁਪਏ ਲਾੜੇ ਦੇ ਤੇ ਬਾਬੇ ਦਾ ਰੋਰ ਫਿੜੇ। ਜਿਹੜੀਆਂ ਅੱਗ ਬੁਝਾਉਣ ਕੀਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਨਾ, ਚਾਚੇ ਊਂ ਦੇ ਉੱਤੇ ਹੀ ਆਪਣੀ ਬਰਾਤ ਵਾਲਾਂ ਨੂੰ ਵਾਪਸ ਭੇਜ ਦਿੱਤਾ।
ਚਾਚਾ ਬੜੀ ਸਿਆਣੀ ਚੀਜ਼ ਏ। ਇਹ ਜਿਹੜੀ ਗੱਡੀ ਆਈ ਸੀ ਨਾ 1122 ਜ਼ਖਮੀਆਂ ਵਾਸਤੇ, ਉਹਦੇ ਉੱਤੇ 2-4 ਫੁੱਲ ਲਾ ਕੇ ਨਾ ਚਾਚੀ ਦੀ ਰੁਖਸਤੀ ਕਰ ਦਿੱਤੀ। ਅੱਛਾ ਇਹ ਤਾਂ ਕੁਝ ਵੀ ਨਹੀਂ, ਚਾਚਾ ਜਾਹਲ ਆਦਮੀ ਹੈ। ਤੈਨੂੰ ਪਤਾ ਫਾਇਰ ਬ੍ਰਿਗੇਡ ਦਾ ਮਹਿਕਮਾ ਨਹੀਂ, ਉਹਦੇ ਚ ਹੁੰਦਾ ਜੀ ਉਹਨਾਂ ਨੇ ਛਿੱਤਰ ਮਾਰ ਕੇ ਕੱਢੇ ਇੱਕ ਜਗ੍ਹਾ ਤੇ ਦੇਗਾ ਪਕਾਉਂਦੇ ਤੇ ਉਹਨਾਂ ਦੇ ਪਾਣੀ ਪਾਇਆ। ਚਾਚੇ ਨੂੰ ਫਾਇਰ ਬ੍ਰਿਗੇਡ ਨੇ ਬਹੁਤ ਕੁੱਟਿਆ। ਉਹ ਕਿਉਂ? ਉਹ ਵਿਚਾਰੇ ਅੱਗ ਬੁਝਾਉਣ ਆਏ ਨੇ, ਉਹਨਾਂ ਨੂੰ ਕਹਿੰਦਾ ਪਹਿਲੇ ਜਿਹੜੀਆਂ ਮੇਰੀਆਂ ਬਾਹਰ ਗੱਡੀਆਂ ਖੜੀਆਂ ਉਹਨਾਂ ਨੂੰ ਸਰਵਿਸ ਕਰੋ। अच्छा वैसे मुझे एक बात समझ में नहीं आई, आप लोग तो घरेलू खवातीन हैं, आपको क्या जरूरत पड़ी थी सियासत में आने की? बेटे मैं तेन दस दिया पर मैंने शक है तू गल बाहर कर दे। अब बात तो आप वैसे ही टीवी पे बैठ के करेंगी तो पूरी दुनिया को पता चल जाएगी। अल्लाह ने करे मैं तो कुर्सी ते बैठी टीवी ते बैठी मैं। अच्छा बेटे गल पता की है, टीवी ते जेड़ा मर्जी सुन ले, तू नहीं किसी ने दसनी की गल है। चलो मैं नहीं बताती, आप बताएं। गल पता की बेटे, ना मेरा पुत्र मेरी गल सुनदा है, ना मेरी नो मेरी इज्जत करदी, ना इन्हां दे बच्चे मेरे नाल प्यार करदे। ਹੁਣ ਬੱਚੇ ਦਾਦੀ ਦਾ ਮੂੰਹ ਚੁੰਮ ਕੇ ਮੂੰਹ ਸੜਾ ਲੈ। बस मैं फिर सोचा जो मैंने घरों कुछ नहीं ना लभ्या तो मैं फिर सोचा कि सारा प्यार मुहब्बत ते इज्जत मैं अपने हल्के चों लै लैनी है। जदों दी मैं मुहब्बत लभन तुरी है ना, मेरे हल्के 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 पै गए आ गए। ਇਹ ਹਲਕੇ 'ਚ ਗਏ ਨੇ ਪਿਆਰ ਮੁਹੱਬਤ ਇੱਜ਼ਤ ਲੱਭਣ, ਸਭ ਕੁਝ ਲੱਭ ਗਿਆ ਲੇਕਿਨ ਇੱਜ਼ਤ ਨਹੀਂ ਲੱਭੀ। बस बेड़ा गर्क में जो मेरी घर दे इज्जत नहीं करनी तो मेरी बाहरों कितों लभनी थी। जो मेरे घर में ब्याह ये खाना खराब किया पुत्रे मेरा मुंडा हथा से पा लिया, मेरा बंदा हथा से पा लिया, मेरी जिंदगी का छड़िया कख नहीं। जब मैं कार चाहिए मेरा गोल्डन सेवर का रंग थी, चमड़ा ने मेरा बतौर का करता ताड़ा कख ना रहे एडे एडे मेरे नाक दी चमड़े। हुण मैं वेखनी है कदी नो है भी सड़के नहीं मेरे ਗੱਲ ਹੀ ਬਕਵਾਸ ਜੀ ਨਹੀਂ ਕਰਨੀ। ਬਾਲੇ ਰੌਲਾ ਦੱਸ ਪਈ ਲੋਕਾਂ ਨੂੰ ਰੌਲਾ ਵੀ ਨਾ ਘਰ ਦੀ ਕੁਝ ਇੱਜ਼ਤ ਰਹਿ ਨਾ ਦਈ। ਉੱਚੀ ਬੋਲਣਾ ਤੇਰਾ ਤੂੰ ਮੇਰੀ ਇੱਜ਼ਤ ਕਰੀ ਖਾਣਾ ਮੈਂ ਤੇ ਜਾਹਲਾ ਲਾ ਗਈਆਂ ਤੂੰ ਬਸ ਤਕਾਰ ਯਾਰ ਅੱਲਾ ਮੈਨੂੰ ਚੁੱਕ ਲੈ ਯਾਰ ਮੈਨੂੰ ਤੇ ਚੁੱਕ ਲੈ। ਆਮੀਨ ਅੱਲਾ ਨੂੰ ਤੇ ਚੁੱਕ ਲੈ ਜਿੰਨੀ ਨੇ ਹੱਥ ਚੁੱਕੀ ਚੁੱਕ ਲੈ ਖਾਣਾ ਖਰਾਬ 25 ਸਾਲ ਬਾਅਦ ਲੋਕਾਂ ਦੀ ਸੁਣੀ ਜਾਂਦੀ ਮੈਂ ਫੇਰ ਉਸੇ ਰੂੜੀ ਤੇ ਆ। ਕਿਤੇ ਮੁੱਤਰਾ ਕਿੱਡਾ ਲੰਮਾ ਤੇਰਾ ਨੱਕ ਤੇਰੇ ਮੂੰਹ ਤੇ ਝਾਤੀਆਂ ਮਾਰਨ ਡਿਆ। ਮੈਨੂੰ ਹੱਥ ਉੱਠਣਾ ਲਾ, ਮੇਰੇ ਪਿਛਲੇ ਕੋ ਮਰੇ ਨਹੀਂ ਮਿਊਜ਼ਿਕ ਨਾਲ ਬੈਠੇ ਨੇ। ਸਾਰੀ ਜ਼ਿੰਦਗੀ ਘਰਾਂ ਚੋਂ ਬਰਫ਼ ਮੰਗਦੀ ਰਹੀ ਹੈ, ਹੁਣ ਤੂੰ ਵੋਟ ਮੰਗਦੀ ਚੰਗੀ ਲੱਗੇਗੀ। ਮੰਮੀ ਕਰਵਾ ਮੈਂ ਰਵੇ ਕੱਖ ਨਾ ਨਹੀਂ ਰਾਮ ਨਾਲ ਮੇਰੇ ਹੱਥ ਨਹੀਂ ਚੁੱਕਣਾ ਮੈਂ ਬੰਦੇ ਛੱਤਰ ਮਾਰਨੇ ਲਾ ਕੇ ਨਹੀਂ ਤੂੰ ਖਲੋੜ ਤੂੰ ਖਲੋ ਜਾ ਮੈਂ ਕੀ ਹੈ ਤੈਨੂੰ ਬੜੀ ਤੋਂ ਪੱਕੀ ਜੋੜ ਨਾ ਨਾਲ ਲੈ ਆਏ ਨੇ ਆ ਵੇਲਾ ਇੱਜ਼ਤ ਕੀ ਰਖਾਈ ਆਪਣੀ। ਰਾਮ ਨਾਲ ਇੱਕ ਦੀ ਸੁਲਾ ਕਰਾਉਣੀ ਮੇਰੀ ਮਾਂ ਨੇ ਕਿਹਾ ਸੀ ਵੱਡਿਆਂ ਦੇ ਉੱਤੇ ਹੱਥ ਨਹੀਂ ਚੁੱਕਣਾ, ਜੁੱਤੀ ਲਾਣੀ। ਤੈਨੂੰ ਖਬਰਦਾਰ ਤੈਨੂੰ ਸੱਸ ਨਾਲ ਗੱਲ ਕਰਨ ਦੀ ਤਮੀਜ਼ ਨਹੀਂ। ਮੈਂ ਸਾਰੀ ਜ਼ਿੰਦਗੀ ਸੱਸ ਵੀ ਤੇ ਬਣ ਨਾ ਡੈਨ ਨਾ ਬਣ। ਸਾਰੀ ਜ਼ਿੰਦਗੀ ਆਪਣੀ ਸੱਸ ਦੀ ਅੱਖ ਨਹੀਂ ਚੁੱਕੀ ਭਲਾ ਕਿਉਂ ਕੱਦ ਛੋਟਾ ਸੀ ਇੰਜ ਗੱਲ ਕਰਨੀ। ਮੈਂ ਹੁਣ ਤੇਰਾ ਕੀ ਕਰਾਂ? ਕੁਝ ਵੀ ਨਾ ਕਰ ਸਬਰ ਮੈਂ ਤੈਨੂੰ ਬਿਊਟੀ ਕਰੀਮ ਲਿਆ ਕੇ ਦੇਣੀ, ਸੋਹਣੀ ਹੋ ਕੇ ਫੋਟ ਹੋ। ਤੂੰ ਮੈਨੂੰ ਜਾਣਦੀ ਨਹੀਂ, ਮੈਂ ਨਾ ਬੰਦੇ ਨੂੰ ਬੇਹੋਸ਼ ਕਰਕੇ ਛਿੱਤਰ ਮਾਰਨੀ ਹੁੰਦੀ। ਭਲਾ ਕਿਸ ਤਰ੍ਹਾਂ ਕਰਦੀ ਏ ਆਪਣੀ ਬੋ ਨਾਲ? ਆਪਣੀ ਬੋ ਨਾਲ ਨਹੀਂ ਜਰਾਬਾਂ ਸਕਾਂਦੀ ਮੈਂ ਕਹਿੰਦੀ ਤੂੰ ਮੇਰੇ ਨਾਲ ਬਕਵਾਸ ਕੀਤੀ ਨਾ ਤੇ ਮੈਂ ਤੇਰਾ ਜੂਨ ਠਾਪ ਆਪਣੀ ਤਮੀਜ਼ ਨਾਲ ਹੱਥ ਨਹੀਂ ਚੁੱਕਣਾ ਮੇਰੇ ਤੇ। ਮੈਂ ਤੇ ਦੱਸਾਂ ਐਡੀ ਤੂੰ ਕਿਹੜੀ ਮੈਂ ਤੂੰ ਚੱਕ ਲੋ ਕੀ ਹੈ ਤੇਰੀ ਹੈ ਮੈਂ ਖਲਾਵਾ ਨਹੀਂ ਤਮੀਜ਼ ਆਮਰਾ ਤਮੀਜ਼ ਨਾਲ ਹੈ ਕਿੰਨੀ ਖਬਰਦਾਰ ਮੇਰੇ ਨਾਲ ਬਦਤਮੀਜ਼ੀ ਕੀਤੀ। ਤੇਰਾ ਕਰੇ ਤੋਂ ਮੈਂ ਕੱਖ ਠਹਿਰ ਜਾਣੀ ਵੱਡੀ ਠਹਿਰ ਹਾਏ ਨਹੀਂ ਮੇਰੀ ਕੋ ਧੌਣ ਮੋੜ ਗਿਆ। ਉਹ ਸਭ ਤੋਂ ਪਰਲੀ ਔਰਤ ਪੁੱਠੀ ਮੋਟਰਸਾਈਕਲ ਤੇ ਬਹਿ ਕੇ ਆਈ। ਮੈਂ ਫਿਰ ਕਤਰੀਨਾ ਤੋਂ ਘੱਟ ਮੇਰੀ ਤੁਸੀਂ ਤੇ ਕਤਰੀਨਾ ਤੋਂ ਕਿਤੇ ਜ਼ਿਆਦਾ। ਮੇਰੀ ਤੁਸੀਂ ਤੇ ਕਤਰੀਨਾ ਨਾਲੋਂ ਕਿਤੇ ਜ਼ਿਆਦਾ। ਤੁਸੀਂ ਬਹੁਤ ਸੋਹਣੇ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਮਾਰ ਕੁਟਾਈ ਕੋਲੋਂ ਜਾਨ ਛੁੱਟ ਜਾਏ? ਹਾਂ ਤੇ ਕੌਣ ਨਹੀਂ ਚਾਹੁੰਦਾ? ਤੇ ਫਿਰ ਇੱਥੋਂ ਦਫਾ ਹੋ ਜਾਓ।